ਹੋਰ ਸਾਰੇ ਠੀਕ ਹੋ ਤੁਸੀਂ? ਚਲੋ ਪਹਿਲਾਂ ਤਾਂ ਕਾਫੀ ਜੀ ਹੁਣ ਪਹੁੰਚੇ ਹੈ, ਇਸ ਲਈ ਉਹਨਾਂ ਨੂੰ ਦੀਵਾਲੀ ਦੀ ਬਹੁਤ ਬਹੁਤ ਵਧਾਈ ਸਾਡੇ ਕੋਲੋਂ। ਕਿ ਸਾਰਿਆਂ ਨੂੰ ਪਤਾ ਜੀ ਦੀਵਾਲੀ ਦਾ ਦਿਨ ਹੈ ਜਾਂ ਦੀਵਾਲੀ ਦੀ ਰਾਤ ਹੈ। ਔਰ ਇਹ ਰਾਤ ਖਾਸ ਕਿਉਂ ਹੈ? ਸਾਲ ਦੇ ਵਿੱਚ ਬਹੁਤ ਰਾਤਾਂ ਹੁੰਦੀਆਂ ਨੇ, ਪਰ ਇਹ ਦਿਨ ਜਾਂ ਰਾਤ ਨੂੰ ਖਾਸ ਕਿਉਂ ਕਿਹਾ ਗਿਆ? ਜਵਾਬ ਦਿਓ ਸਰ। ਇਹ ਦਿਨ ਦੇ ਨਾਲ ਕੀ ਜੁੜਿਆ ਹੋਇਆ ਇਹ ਦੱਸਣਾ ਚਾਹੇਗਾ ਕੋਈ? ਜਿੰਨੀ ਕਿ ਨੌਲੇਜ ਹੁੰਦੀ ਹੈ, ਜਿੰਨੀ ਕਿ ਸਮਝ ਹੁੰਦੀ ਹੈ, ਉਨਾ ਕੁ ਹਰ ਇੱਕ ਇਨਸਾਨ ਨੂੰ ਬੋਲਣਾ ਚਾਹੀਦਾ ਹੈ, ਕਿਉਂਕਿ ਸਵਾਲ ਕਰਨ ਨਾਲ ਜਾਂ ਜਵਾਬ ਦੇਣ ਨਾਲ ਇਨਸਾਨ ਦੇ ਦਿਮਾਗ ਦੀ ਸ਼ਕਤੀ ਵੱਧਦੀ ਹੈ, ਇਨਸਾਨ ਦੀ ਬੁੱਧੀ ਹੋਰ ਵੀ ਜ਼ਿਆਦਾ ਗਿਆਨ ਨੂੰ ਆਕਰਸ਼ਿਤ ਕਰਦੀ ਹੈ ਆਪਣੀ ਤਰਫ। ਜਿੰਨਾ ਅਸੀਂ ਸਵਾਲ ਕਰਨ ਤੋਂ ਡਰਦੇ ਹਾਂ ਜਾਂ ਜਵਾਬ ਦੇਣ ਤੋਂ ਡਰਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਇੱਕ ਸੀਮਾ ਦੇ ਅੰਦਰ ਕੈਦ ਕਰ ਲੈਂਦੇ ਹਾਂ। ਔਰ ਸਾਡਾ ਦਿਮਾਗ ਬਹੁਤ ਕੁਝ ਜਾਣ ਸਕਦਾ ਹੈ, ਪਰ ਅਸੀਂ ਆਪਣੇ ਡਰ ਕਰਕੇ, ਆਪਣੀ ਸੰਗ ਸ਼ਰਮ ਕਰਕੇ ਅਸੀਂ ਆਪਣੀ ਇੱਕ ਸੀਮਾ ਨਿਰਧਾਰਿਤ ਕਰ ਲੈਂਦੇ ਹਾਂ। ਇਸ ਲਈ ਦੀਵਾਲੀ ਨੂੰ ਖਾਸ ਕਿਉਂ ਕਿਹਾ ਜਾਂਦਾ ਹੈ? ਰਾਮ ਜੀ ਨੇ ਆਪਣੇ ਬਾਪ ਦੇ ਹੁਕਮ ਨੂੰ ਪੂਰਾ ਕੀਤਾ, ਠੀਕ ਹੈ। ਜਿਹੜਾ ਹੋਣਾ ਚਾਹੀਦਾ ਸੀ ਉਹਨੂੰ ਛੱਡ ਕੇ ਗਏ, ਦੁਬਾਰਾ ਵਾਪਸ 14 ਸਾਲ ਉਹਨਾਂ ਨੇ ਕਿੱਦਾਂ ਦੁਬਾਰਾ ਉਸ ਵਾਅਦੇ ਦੇ ਉੱਤੇ ਖਰੇ ਉਤਰ ਕੇ ਉਹ ਆਪਣੇ ਰਾਜ ਵਿੱਚ ਵਾਪਸ ਆਏ। ਜਿਹੜੇ ਉਹ ਹੱਕਦਾਰ ਸੀ ਔਰ ਜਿਹੜੇ ਅਯੋਧਿਆ ਵਾਸੀ ਉਹਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਸੀ, ਉਹਨਾਂ ਨੇ 14 ਸਾਲ ਆਪਣੇ ਰਾਜੇ ਨੂੰ ਆਪਣੇ ਤੋਂ ਦੂਰ ਕਿੱਦਾਂ ਰਹੇ ਉਹਨਾਂ ਨੂੰ ਪਤਾ ਹੈ। ਇੱਕ ਤਰ੍ਹਾਂ ਦਾ ਮਿਲਨ ਸੀਗਾ ਕੋਈ ਜਿਨ੍ਹਾਂ ਨੂੰ ਇੰਨਾ ਪਿਆਰ ਕਰਦੇ ਸੀਗੇ, ਤੇ ਉਹ 14 ਸਾਲ ਬਾਅਦ ਉਹਨਾਂ ਦੇ ਕੋਲ ਆਏ ਅੱਜ। ਇੱਕ ਬਹੁਤ ਖੁਸ਼ੀਆਂ ਦਾ ਇੱਕ ਸਮਾਂ ਹੈ ਔਰ ਇਹ ਦੀਵਾਲੀ ਮੇਰੇ ਲਈ ਬਹੁਤ ਸਪੈਸ਼ਲ ਹੈ, ਕਿਉਂਕਿ ਦੀਵਾਲੀ ਵੈਸੇ ਤਾਂ ਦੀਵਾਲੀ ਨਾਲ ਜੁੜੀਆਂ ਬਹੁਤ ਘਟਨਾਵਾਂ ਹੈ, ਪਰ ਅਸੀਂ ਜਦੋਂ ਦੀਵਾਲੀ ਨੂੰ ਦੇਖਦੇ ਹਾਂ, ਸਮਝਦੇ ਹਾਂ, ਉਹ ਦੁਨੀਆ ਨਾਲੋਂ ਬਹੁਤ ਡਿਫਰੈਂਟ ਹੈ, ਕਿ ਦੁਨੀਆ ਹਰ ਚੀਜ਼ ਨੂੰ ਬਾਹਰ ਨਾਲ ਜੋੜ ਕੇ ਦੇਖਦੀ ਹੈ। ਉਸ ਤਰ੍ਹਾਂ ਤਾਂ ਸ਼ੋਰ ਬੜਾ ਹੈ ਪਟਾਕਿਆਂ ਦਾ। ਔਰ ਇਹ ਦੀਵਾਲੀ ਦੀ ਰਾਤ ਖਾਸ ਰਾਤ ਕਿਉਂ ਹੈ? ਕਿਉਂਕਿ ਇਹ ਜਿਹੜੀਆਂ ਰਾਤਾਂ ਉਹ ਰਿਸ਼ੀਆਂ ਮੁਨੀਆਂ ਨੇ ਚੁਣੀਆਂ। ਔਰ ਅੱਗੇ ਵੀ ਦੱਸਦੀ ਹੈ ਕਿ ਰਾਮ 14 ਸਾਲ ਬਾਅਦ ਅੱਜ ਦੇ ਦਿਨ ਵਾਪਸ ਆਏ, ਪਰ ਇਹ ਰਾਤ ਦੀ ਖਾਸ ਕੁਆਲਿਟੀ ਹੈ, ਅਮਾਵਸਿਆ ਦੀ ਰਾਤ ਹੈ, ਠੀਕ ਹੈ। ਔਰ ਇਹ ਰਾਤ ਵਾਪਸ ਆਉਣ ਦੇ ਪਿੱਛੇ ਸਟੋਰੀ ਕਿਹਨੇ ਜੋੜੀ? ਇਹ ਮਹਾਰਿਸ਼ੀ ਵਾਲਮੀਕੀ। ਉਹਨਾਂ ਨੇ ਇਹੀ ਰਾਤ ਨੂੰ ਕਿਉਂ ਚੁਣਿਆ ਕਿ ਰਾਮ ਆਏ? ਪੂਰਨਮਾਸ਼ੀ ਦੀ ਰਾਤ ਨੂੰ ਕਿਉਂ ਨਹੀਂ ਚੁਣਿਆ? ਕਿਉਂਕਿ ਸਮਝ ਲਓ ਕਿ ਰਾਮ ਇੱਕ ਕਰੈਕਟਰ ਹੈ, ਪਰ ਇਹਦੇ ਡਾਇਰੈਕਟਰ ਜਿਹੜੇ ਹੈ, ਪ੍ਰੋਡਿਊਸਰ ਜਾਂ ਕਹਿ ਲਓ ਡਾਇਰੈਕਟਰ ਹੈ, ਜਿਹਨੇ ਕਹਾਣੀ ਜਾਂ ਲੇਖਕ ਹੈ ਕਹਾਣੀ ਦੇ, ਇੱਕ ਬਹੁਤ ਬੜੇ ਰਿਸ਼ੀ ਹੈ। ਔਰ ਰਿਸ਼ੀ ਮੁਨੀ, ਸੰਤ, ਗੁਰੂ, ਰਹਿਬਰ ਜਦ ਵੀ ਕਿਸੇ ਚੀਜ਼ ਨੂੰ ਉਹ ਪੇਸ਼ ਕਰਦੇ ਆ ਨਾ, ਉਹ ਅੰਦਰਲੀ ਗਹਿਰਾਈ ਨੂੰ ਲੈ ਕੇ ਕਰਦੇ ਆ। ਇਸ ਕਰਕੇ ਅੰਦਰ ਇੱਕ ਉਹਦੇ ਗਹਿਰਾਈ ਹੁੰਦੀ ਹੈ। ਸਭ ਤੋਂ ਪਹਿਲੀ ਗੱਲ ਇਹ ਦੱਸਿਆ ਸੀ ਕਿ ਰਾਮ ਅਯੋਧਿਆ ਆਏ। ਅਯੋਧਿਆ ਦਾ ਮਤਲਬ ਕੀ ਹੁੰਦਾ? ਜਿੱਥੇ ਕੋਈ ਯੁੱਧ ਨਹੀਂ ਹੈ। ਅਯੁੱਧ ਜਿੱਦਾਂ ਆਪਾਂ ਕਹਿੰਦੇ ਇਹ ਯੁੱਧ ਦਾ ਮੈਦਾਨ ਹੈ, ਜਿੱਦਾਂ ਅਸੀਂ ਕਹਿ ਦਿੰਦੇ ਹਾਂ ਇੱਕ ਸ਼ਾਂਤੀ ਇੱਕ ਅਸ਼ਾਂਤੀ ਹੈ, ਸਮਝਦੇ ਹੋ ਕਿ ਨਹੀਂ? ਪਰ ਅਯੋਧਿਆ ਦਾ ਮਤਲਬ ਸਿਰਫ ਨਗਰੀ ਨਹੀਂ ਹੈ। ਦੱਸਦੇ ਕਿ ਰਾਮ ਵਾਪਸ ਆਏ ਅਯੋਧਿਆ ਨਗਰੀ ਵਿੱਚ। ਔਰ ਅਯੋਧਿਆ ਦਾ ਮਤਲਬ ਜਿੱਥੇ ਕੋਈ ਯੁੱਧ ਨਹੀਂ ਹੈ, ਜਿੱਥੇ ਕੋਈ ਨਫ਼ਰਤ ਨਹੀਂ ਹੈ, ਜਿੱਥੇ ਕੋਈ ਤੇਰਾ ਮੇਰਾ ਨਹੀਂ ਹੈ, ਜਿੱਥੇ ਪ੍ਰੇਮ ਹੀ ਪ੍ਰੇਮ ਹੈ। ਔਰ ਇਹ ਇਸ਼ਾਰਾ ਬਾਹਰਲੀ ਤਰਫ ਘੱਟ ਹੈ ਤਾਂ ਸਾਡੇ ਅੰਦਰ ਨੂੰ ਸਮਝਣ ਨੂੰ ਜ਼ਿਆਦਾ ਹੈ। ਅਸੀਂ ਹਮੇਸ਼ਾ ਹਰ ਸਾਲ ਨੋਟ ਕਰਦੇ ਹਾਂ ਅਸੀਂ ਕਿ ਜਦੋਂ ਵੀ ਦੀਵਾਲੀ ਦੀ ਰਾਤ ਆਉਂਦੀ ਹੈ, ਜੇ ਅਸੀਂ ਬੋਲਣਾ ਚਾਹੀਏ ਤਾਂ ਅਸੀਂ ਕਹਿੰਦੇ ਬੋਲਣ ਨਾਲੋਂ ਜ਼ਿਆਦਾ ਸਾਨੂੰ ਸ਼ਾਂਤ ਬੈਠਣ 'ਚ ਆਨੰਦ ਜ਼ਿਆਦਾ ਆਉਂਦਾ ਹੈ।
ਕਿਉਂਕਿ ਇਹ ਰਾਤ ਹੈ ਆਪਣੇ ਅੰਦਰਲੇ ਦੀਪਕ ਨੂੰ ਰੋਸ਼ਨ ਕਰਨ ਦੀ। ਕਿਉਂਕਿ ਕੁਝ ਐਸੀ ਖਾਸ ਹੈ ਰਾਤ ਕਿ ਅਗਰ ਇਸ ਰਾਤ ਇਨਸਾਨ ਮੈਡੀਟੇਸ਼ਨ ਕਰਦਾ ਹੈ, ਧਿਆਨ ਕਰਦਾ ਹੈ, ਤਾਂ ਉਹਨੂੰ ਬਹੁਤ ਜਲਦੀ ਅੱਛੇ ਰਿਜ਼ਲਟ ਮਿਲਦੇ ਆ। ਯਾਨੀ ਜਿੱਦਾਂ ਮੁਹੰਮਦ ਸਾਹਿਬ ਕਹਿੰਦੇ ਹੁੰਦੇ ਸੀ ਕਿ ਸਾਲ 'ਚ 3-4 ਰਾਤਾਂ ਐਸੀਆਂ ਆਉਂਦੀਆਂ ਹੈ, ਸ਼ਬੇ ਮਿਰਾਜ ਹੋ ਗਈ, ਸ਼ਬੇ ਕਦਰ ਹੋ ਗਈ, ਸ਼ਬੇ ਬਰਾਤ ਹੋ ਗਈ, ਸਾਵਾਨ ਦੀ 15ਵੀਂ ਰਾਤ ਹੋ ਗਈ। ਇਹ 4 ਰਾਤਾਂ ਹਜ਼ੂਰ ਦੱਸਦੇ ਸੀ ਕਿ ਇੱਕ ਰਾਤ ਦੀ ਅਗਰ ਬੰਦਾ ਇਬਾਦਤ ਕਰਦਾ ਹੈ ਤਾਂ ਇਹਨੂੰ ਇਦਾਂ ਸਮਝ ਲਓ ਕਿ ਜਿੱਦਾਂ ਕਿਸੇ ਨੇ ਸਫ਼ਰ ਕਰਕੇ ਆਪਣੇ ਦਿੱਲੀ ਜਾਣਾ ਹੈ ਔਰ 400-450 ਕਿਲੋਮੀਟਰ ਦਾ ਸਫ਼ਰ ਹੈ, ਉਹ ਜੇ ਬੈਲ ਗਾੜੀ 'ਚ ਜਾ ਰਿਹਾ ਹੈ ਤਾਂ ਉਹਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਨੂੰ ਕਿੰਨੇ ਦਿਨ ਲੱਗਣੇ। ਪਰ ਹੁਣ ਇੱਕ ਉਹਨੂੰ ਐਸਾ ਪਲੇਨ ਮਿਲ ਜਾਵੇ ਕਿ ਜਿਹ 'ਚ ਬਹਿ ਕੇ ਉਹਨੂੰ ਕਹੇ ਕਿ ਭਾਈ ਇਹ ਜਿਹੜਾ ਤੇਰਾ ਸਫ਼ਰ ਹੈ ਨਾ, ਇਹ ਪਲੇਨ 'ਚ ਬਹਿ ਕੇ ਹੋਣਾ ਹੈ 1 ਘੰਟੇ ਦਾ, ਉਹ 1 ਘੰਟੇ 'ਚ ਬੰਦਾ ਦਿੱਲੀ ਪਹੁੰਚ ਜਾਂਦਾ। ਇਹੀ ਚੀਜ਼ ਹੋ ਜਾਂਦੀ ਹੈ ਕਿ ਕੁਝ ਰਾਤਾਂ ਐਸੀਆਂ ਕਿ ਅਗਰ ਇਨਸਾਨ ਜਦੋਂ ਆਹ ਟਾਈਮ ਹੈ ਨਾ, ਜਿਹੜਾ ਟਾਈਮ ਆ ਸ਼ਾਂਤੀ ਦਾ ਟਾਈਮ ਹੈ, ਪਰ ਲੋਕੀ ਪਟਾਕੇ ਵਜਾ ਕੇ ਆ ਸ਼ੋਰ ਕਰਕੇ ਟਾਈਮ ਨੂੰ ਖਰਾਬ ਕਰ ਰਹੇ। ਕੁਦਰਤ ਮੌਕੇ ਦਿੰਦੀ ਹੈ ਇਨਸਾਨ ਨੂੰ, ਪਰ ਇਨਸਾਨ ਉਹਨਾਂ ਮੌਕਿਆਂ ਨੂੰ ਸੰਭਾਲ ਨਹੀਂ ਪਾਉਂਦਾ। ਔਰ ਇਹ ਵੀ ਕਿਤੇ ਨਾ ਅਸੀਂ ਦੇਖਦੇ ਹਾਂ ਕਿ ਆ ਪਟਾਕੇ ਪਟੂਕੇ ਜੋ ਵੀ ਹੈ ਸ਼ੋਰ ਕਰੋ, ਰੋਲਾ ਪਾਓ, ਕਿਤੇ ਡੀਜੇ ਚੱਲਣਗੇ, ਕਿਤੇ ਕੁਛ ਹੋਏਗਾ। ਅੱਜ ਦੀ ਰਾਤ ਨਹੀਂ ਹੋਣਾ ਚਾਹੀਦਾ। ਦੀਪਮਾਲਾ ਕਰੋ, ਔਰ ਦੀਪਕ ਵੀ ਘਰ ਦੇ ਅੰਦਰ ਨਹੀਂ ਜਗਣੇ ਚਾਹੀਦੇ। ਘਰ ਦੀ ਮੁੰਡੇਰ ਤੇ ਜਗਾਏ ਜਾਂਦੇ ਦੀਪਕ। ਜੋ ਘਰ ਦੇ ਅੰਦਰ ਦੀਪਕ ਜਗਾਉਂਦੇ ਆ ਤਾਂ ਧੂਏ ਦੇ ਨਾਲ ਉੱਦਾਂ ਹੀ ਤੁਹਾਨੂੰ ਪਤਾ ਨਹੀਂ ਫੀਲ ਹੁੰਦਾ ਜਾਂ ਨਹੀਂ ਹੁੰਦਾ। ਪਰ ਹੁਣ ਅਸੀਂ ਧਿਆਨ ਦੇ ਤੌਰ ਤੇ ਉਸ ਲੈਵਲ ਤੇ ਆ ਕਿ ਮਾੜੀ ਜਿਹੀ ਪੋਲੂਸ਼ਨ ਹੁੰਦਾ ਆ ਸਾਨੂੰ ਉਸਲੇ ਇਫੈਕਟ ਨਜ਼ਰ ਆਉਂਦਾ ਕਿ ਸਾਡੇ ਬ੍ਰੇਨ ਤੇ ਸਾਡੀ ਬਾਡੀ ਤੇ ਤਾਂ ਇਫੈਕਟ ਹੀ ਪੈ ਰਿਹਾ। ਕੋਈ ਮਾੜੀ ਜਿਹੀ ਵੀ ਗਲਤ ਚੀਜ਼ ਅੰਦਰ ਜਾਂਦੀ ਹੈ ਤਾਂ ਜਾਂਦੇ ਹੀ ਸੰਕੇਤ ਹੋ ਜਾਂਦਾ ਹੈ ਕਿ ਆਹ ਚੀਜ਼ ਅੱਛੀ ਨਹੀਂ ਜਾ ਰਹੀ ਅੰਦਰ। ਇਹ ਸਾਡੀ ਬਾਡੀ ਵਾਸਤੇ, ਸਾਡੇ ਧਿਆਨ ਵਾਸਤੇ, ਜਾਂ ਸਾਡੀ ਸਪਿਰਿਚੁਅਲ ਲਾਈਫ ਵਾਸਤੇ, ਜਾਂ ਸਾਡੀ ਫਿਜ਼ੀਕਲ ਲਾਈਫ ਵਾਸਤੇ ਇਹ ਸਹੀ ਚੀਜ਼ ਨਹੀਂ। ਇਸ ਲਈ ਦੀਪਮਾਲਾ ਹੋਵੇ ਓਪਨ 'ਚ, ਜਿੱਦਾਂ ਹੁਣ ਕਿਉਂਕਿ ਬਨੇਰੀਆਂ ਦਾ ਔਰ ਇੱਥੇ ਵੀ ਆਹ ਜਿਹੜਾ ਟਾਈਮ ਹੈ ਤਕਰੀਬਨ ਜਦੋਂ ਸੂਰਜ ਛਿਪਦਾ ਹੈ ਉਸ ਵੇਲੇ ਤੋਂ ਲੈ ਕੇ ਰਾਤ ਦੇ ਜਿਹੜੇ ਆ ਤਕਰੀਬਨ ਜੇ ਆਪਾਂ ਆਪਣੇ ਉਹਦੇ ਨਾਲ ਦੇਖੀਏ ਕਿ ਸੂਰਜ ਛਿਪਣ ਤੋਂ ਲੈ ਕੇ ਰਾਤ ਦੇ ਤਕਰੀਬਨ ਅਸੀਂ ਕਹਿ ਸਕਦੇ 11 ਵਜੇ ਤੱਕ ਇੱਕ ਬੈਸਟ ਟਾਈਮ ਹੈ ਮੈਡੀਟੇਸ਼ਨ ਦਾ। ਪਰ ਆਹ ਟਾਈਮ ਲੋਕਾਂ ਨੇ ਕੱਚ ਗਵਾਉਣਾ ਹੈ। ਆਪਾਂ ਪਟਾਕੇ ਚਲਾ ਕੇ 12 ਵਜਾ ਦੇਣੇ ਜਾਂ 11 ਵਜਾ ਦੇਣੇ ਆ, ਔਰ ਚਲੋ ਪਟਾਕੇ ਵਜਾਉਣ ਤੋਂ ਬਾਅਦ ਖਾ ਕੇ ਸੋ ਜਾਣਾ ਹੈ। ਜਿਹੜਾ ਅਸਲੀ ਮਕਸਦ ਹੈ ਇਹ ਰਾਤ ਦਾ, ਉਹ ਮਕਸਦ ਕੋਈ ਪੂਰਾ ਨਹੀਂ ਕਰਦਾ। ਕਿਉਂਕਿ ਇਹ ਵੀ ਇੱਕ ਕਿਸਮ ਦਾ ਸਮਝ ਲਓ ਕਿ ਬੰਦੇ ਨੂੰ ਨਾ ਬਾਹਰੋਂ ਉਲਝਾਇਆ ਹੋਇਆ ਹੈ ਕਿ ਕੋਈ ਅੰਦਰ ਨਾ ਆਪਣੇ ਪਹੁੰਚ ਸਕੇ। ਇਸ ਲਈ ਪਟਾਕੇ ਚਲਾ ਦਿਓ, ਇਸ ਲਈ ਫਲਾਨੀ ਚੀਜ਼ ਚਲਾ ਦਿਓ, ਅੱਜ ਖੁਸ਼ੀ ਦਾ ਦਿਨ ਹੈ, ਡੀਜੇ ਲਾ ਕੇ ਭੰਗੜੇ ਪਾਓ, ਸ਼ਰਾਬਾਂ ਪੀਓ, ਇਹ ਕਰੋ ਉਹ ਕਰੋ, ਤਾਂ ਕਿ ਉਹ ਆਪਣੇ ਅਸਲੀ ਮਕਸਦ ਤੋਂ ਚੂਕ ਜਾਵੇ। ਇਸ ਲਈ ਹੁਣ ਜਿਹੜੇ ਆ ਦੇਖਦੇ ਆ ਕਿ ਚਲੋ ਬਚਪਨ 'ਚ ਇਹੀ ਪਟਾਕੇ ਬਹੁਤ ਵਜਾਏ, ਪਰ ਉਸਲੇ ਸਮਝ ਨਹੀਂ ਸੀ। ਉਹ ਦੇਖਦੇ ਉਹ ਵਜਾ ਰਿਹਾ ਇਹੀ ਵਜਾਣੇ। ਪਰ ਜਿੱਦਾਂ ਸਮਝ ਆਈ ਹੈ ਉਦੋਂ ਤਾਂ ਆਹ ਰਾਤ ਜਿਹੜੀ ਹੈ ਨਾ ਇਹ ਇੱਦਾਂ ਨਹੀਂ ਗਵਾਉਣੀ ਚਾਹੀਦੀ। ਇਹ ਰਾਤ ਤਾਂ ਜਿੱਦਾਂ ਹੀ ਸੂਰਜ ਡੁੱਬਦਾ ਬੰਦਾ ਫ੍ਰੀ ਹੋ ਕੇ ਨਾ ਬਸ ਆਹ ਟਾਈਮ ਮੈਂ 2 ਘੰਟੇ 2.5 ਘੰਟੇ 3 ਘੰਟੇ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਮੈਂ ਬੈਠਾ। ਕਿਉਂਕਿ ਅਗਰ ਇਨਸਾਨ ਇਹ ਸੂਰਜ ਡੁੱਬਣ ਤੋਂ 11 ਵਜੇ ਤੱਕ ਅਗਰ ਇਨਸਾਨ ਮਿਹਨਤ ਕਰ ਲਵੇ ਥੋੜ੍ਹੀ ਜਿਹੀ ਤਾਂ ਉਹਨੂੰ ਕਈ ਸਾਲਾਂ ਦੀ ਭਗਤੀ ਦਾ ਜਿੱਦਾਂ ਕਹਿ ਲਓ ਜਾਂ ਕਈ ਸਾਲਾਂ ਦੀ ਮਿਹਨਤ ਦਾ ਫਲ ਉਹਨੂੰ ਇਹ 3-4 ਘੰਟੇ ਮਿਲ ਸਕਦਾ। ਜਿੱਦਾਂ ਸਮਝ ਲਓ ਕਿ ਇੱਕ ਬੰਦਾ ਉਹ 1 ਸਾਲ ਮਿਹਨਤ ਕਰਕੇ 10 ਲੱਖ ਰੁਪਇਆ ਕਮਾਉਂਦਾ ਹੈ ਤਾਂ ਕੋਈ ਉਹਨੂੰ ਕਹੇ ਭਾਈ ਤੂੰ 3 ਘੰਟੇ ਮਿਹਨਤ ਕਰ 10 ਲੱਖ ਹੋਣਾ। ਉਹ ਜੋ ਪੂਰੇ ਸਾਲ ਦੀ ਕਮਾਈ ਹੈ ਉਹ 3 ਘੰਟਿਆਂ 'ਚ ਬੰਦਾ ਕਰ ਸਕਦਾ ਅਗਰ ਬੰਦਾ ਆਹ ਟਾਈਮ ਨੂੰ। ਪਰ ਇਹ ਟਾਈਮ ਨੂੰ ਲੋਕਾਂ ਨੇ ਸੰਭਾਲਣਾ ਨਹੀਂ ਹੈ, ਗਵਾਉਣਾ। ਹੁਣ ਵੱਜਦਾ ਪਿਆ ਇਸ ਕਰਕੇ ਇਹ ਚੀਜ਼ ਹੋ ਜਾਂਦੀ ਹੈ ਕਿ ਇਨਸਾਨ ਕੁਦਰਤ ਸਾਨੂੰ ਬਹੁਤ ਮੌਕੇ ਦਿੰਦੀ ਹੈ। ਪਰਮਾਤਮਾ ਨੇ ਹੁਣ ਇਹਨਾਂ ਪਟਾਕੇ ਤੁਸੀਂ ਸਾਡੀ ਆਵਾਜ਼ ਨਹੀਂ ਸੁਣ ਪਾ ਰਹੇ ਤਾਂ ਅੰਦਰ ਆਪਣੇ ਪਰਮਾਤਮਾ ਦੀ ਭਗਵਾਨ ਦੀ ਆਵਾਜ਼
ਸਮਝਦੇ ਹੋ? ਜਦੋਂ ਦੁਨੀਆ ਨੂੰ ਇਹ ਸਮਝ ਆਣੀ ਸ਼ੁਰੂ ਹੋ ਜਾਣੀ ਹੈ ਨਾ, ਉਹਦਾ ਸ਼ੋਰ ਘਟ ਜਾਣਾ ਆ, ਸ਼ਾਂਤੀ ਨੂੰ ਲੋਕਾਂ ਨੇ ਜ਼ਿਆਦਾ ਆਪਣੇ ਅੰਦਰ ਦੇਖਣਾ। ਕਿਉਂਕਿ ਹੁਣ ਕਈ ਵਾਰ ਤਾਂ ਸਾਨੂੰ ਇਹ ਲੱਗਦਾ ਪਟਾਕੇ ਚਲਾ ਚਲਾ ਕੇ ਆਪਣੇ ਦਿਲ ਦੀ ਭੜਾਸ ਹੀ ਕੱਢ ਰਹੇ ਆ ਸਾਰੀ। ਤੇ ਜੋ ਇਹਨਾਂ ਨੂੰ ਅੰਦਰ ਗੁੱਸਾ ਦਬਿਆ ਹੈ ਨਾ, ਜੋ ਇਹਨਾਂ ਦੇ ਅੰਦਰ ਇੱਕ ਨਫ਼ਰਤ ਦਬੀ ਹੋਈ ਹੈ, ਪਟਾਕੇ ਤੇ ਕੱਢ ਦਿੰਦੇ ਆ। ਕਟਾ ਦਿਓ ਇਹਨੂੰ, ਕੋਈ ਡੱਬਾ ਰੱਖ ਕੇ ਕੱਢ ਦੇਗਾ, ਪਟਾਕੇ ਉੱਪਰ ਥਾਲੀ ਮੁੰਦੀ ਮਾਰ ਦੇਗਾ, ਗਲਾਸ ਮੁੰਦਾ ਮਾਰ ਦੇਗਾ, ਕੋਈ ਦੇਖਿਆ ਕੁਛ ਕਰੇਗਾ, ਕੋਈ ਕੁਛ ਕਰੇਗਾ। ਇੱਦਾਂ ਲੱਗਦਾ ਪਟਾਕੇ ਨਹੀਂ ਚਲਾ ਰਹੇ, ਆਪਣੇ ਦਿਲ ਦੇ ਅੰਦਰਲੇ ਬੰਬ ਜਿਹੜੇ ਨਾ ਇੱਕ ਦੂਜੇ ਨੇ ਫੋੜਨਾ ਚਾਹੁੰਦੇ। ਇਹ ਕਹਿੰਦੇ ਉੱਦਾਂ ਦਾ ਫੋੜ ਨਹੀਂ ਸਕਦੇ, ਇੱਦਾਂ ਹੀ ਫੋੜੀਏ। ਇਸ ਕਰਕੇ ਉਹ ਬੰਦਾ ਕਿਤੇ ਨਾ ਕਿਤੇ ਆਪਣੇ ਉਹਨੂੰ ਕੀ ਕਹਿੰਦੇ ਅੰਦਰ ਜਿਹੜਾ ਦਬਿਆ ਹੋਇਆ ਹੈ ਨਾ, ਕ੍ਰੋਧ ਹੋ ਗਿਆ, ਗੁੱਸਾ, ਨਫ਼ਰਤ ਹੋ ਗਿਆ, ਜਾਂ ਜੋ ਵੀ ਉਹਦੇ ਅੰਦਰ ਖਲਬਲੀ ਮਚੀ ਹੋਈ ਹੈ, ਪਰ ਕਿਸੇ ਨਾ ਕਿਸੇ ਰੂਪ ਵਿੱਚ ਬਾਹਰ ਆਉਂਦਾ। ਔਰ ਪਿੱਛੇ ਇਸ ਸਾਲ ਦਾ ਤਾਂ ਸਾਨੂੰ ਪਤਾ ਨਹੀਂ, ਪਰ ਪਿਛਲੇ ਸਾਲ ਜ਼ਰੂਰ ਅਸੀਂ ਦੀਵਾਲੀ ਤੋਂ ਅਗਲੇ ਦਿਨ ਇੱਕ ਖਬਰ ਪੜ੍ਹੀ ਸੀਗੀ ਕਿ ਕਿੰਨੇ ਅਰਬ ਰੁਪਇਆਂ ਦੇ ਪਟਾਕੇ ਇੰਡੀਆ ਵਿੱਚ ਚਲਾਏ ਗਏ, ਕਿੰਨੇ ਅਰਬ ਰੁਪਏ। ਫਿਰ ਕਹਿੰਦੇ ਇੰਡੀਆ ਗਰੀਬ ਹੈ। ਅਰਬਾਂ ਰੁਪਇਆ ਇੱਕ ਰਾਤ 'ਚ ਹੀ ਬੰਦਾ ਧੂਏ 'ਚ ਉਡਾ ਦਿੰਦਾ ਹੈ। ਹੁਣ ਤੁਸੀਂ 1000 ਰੁਪਏ ਦਾ ਪਟਾਕਾ ਲਿਆਂਦਾ, ਲਾਈ ਅੱਗ 5 ਮਿੰਟ 'ਚ 1000 ਰੁਪਇਆ ਤੁਸੀਂ 2000 ਰੁਪਇਆ ਅਗਰ ਕਿਹਾ ਜਾਵੇ ਕਿਸੇ ਗਰੀਬ ਦੀ ਮਦਦ ਕਰਦੇ, ਕਿਤੇ ਦਾਨ ਪੁੰਨ ਕਰਦੇ, ਕੋਈ ਚੰਗੀ ਜਗ੍ਹਾ ਲਾ ਦੇ, ਕਿਤੇ ਭੁੱਖੇ ਨੂੰ ਖਾਣਾ, ਫਿਰ ਬੰਦਾ ਕਹਿੰਦਾ ਲੈ 5 ਰੁਪਏ ਬਹੁਤ ਹੈ। ਆਹ ਜਿਹੜੇ ਅਰਬਾਂ ਰੁਪਇਆ ਅਸੀਂ ਫਾਲਤੂ ਦੇ ਜਿਹੜੇ ਲੋਕ ਪਟਾਕਿਆਂ ਦੇ ਖਰਚ ਕਰਦੇ ਆ, ਅਗਰ ਇਹੀ ਸੋਚਣ ਕਿ ਇੱਕ ਇਨਸਾਨ ਇੱਕ ਏਰੀਆ ਨੂੰ, ਇੱਕ ਨਗਰ ਨੂੰ ਚੁਣੇ ਕਿ ਲੈ ਵੀ ਇਸ ਘਰ 'ਚ ਕੋਈ ਗਰੀਬ ਹੈ, ਇਹਨਾਂ ਕੋਲ ਘਰ ਹੈ ਨਹੀਂ, ਤੰਬੂਆਂ 'ਚ ਰਹਿਣ ਵਾਲੇ, ਟੈਂਟਾਂ 'ਚ ਰਹਿਣ ਵਾਲੇ ਆ, ਚਲੋ ਬਈ ਇਸ ਸਾਲ ਅਸੀਂ ਇਸ ਏਰੀਏ ਨੂੰ ਸੰਭਾਲਣਾ ਹੈ, ਅਗਲੇ ਸਾਲ ਅਸੀਂ ਦੂਜੇ ਏਰੀਏ ਨੂੰ ਸੰਭਾਲਣਾ ਹੈ, ਤਾਂ ਕਿੰਨਾ ਫਾਇਦਾ ਹੋ ਸਕਦਾ ਹੈ। ਇਸ ਕਰਕੇ ਅਗਰ ਦੇਖਿਆ ਜਾਵੇ ਆਪਣੇ ਹਿੰਦੁਸਤਾਨ ਨੂੰ ਸੋਨੇ ਦੀ ਚਿੜੀ ਐਵੇਂ ਨਹੀਂ ਕਿਹਾ ਗਿਆ ਸੀ ਇੰਡੀਆ ਨੂੰ, ਕਿਉਂਕਿ ਇੰਡੀਆ ਕੋਲ ਬਹੁਤ ਕੁਛ ਹੈ, ਪਰ ਉਹ ਸਹੀ ਪਾਸੇ ਲਾਉਣ ਨੂੰ ਹੈ ਨਹੀਂ। ਉਡਾਣ ਨੂੰ ਜਿੰਨਾ ਮਰਜ਼ੀ, ਵਿਆਹਾਂ ਸ਼ਾਦੀਆਂ ਤੁਸੀਂ ਦੇਖੋ ਦਿਖਾਵਾ ਕਰਦਾ ਕਰਦਾ ਬੰਦਾ ਕਰੋੜਾਂ ਹੀ ਲਾ ਦਿੰਦਾ, ਲੱਖਾਂ ਹੀ ਲਾ ਦਿੰਦਾ ਹੈ, ਬਾਅਦ 'ਚੋਂ ਰਿਜ਼ਲਟ ਕੀ ਨਿਕਲਦੇ ਆ। 6 ਮਹੀਨੇ ਬਾਅਦ ਫਿਰ ਕੁੜੀ ਕਹਿੰਦੀ ਮੈਂ ਤਲਾਕ ਲੈਣਾ, ਮੁੰਡਾ ਕਹਿੰਦਾ ਮੈਂ ਰਹਿਣਾ ਨਹੀਂ ਇਹਨੂੰ। ਫਿਰ ਕੀ ਹੁੰਦਾ, ਫਿਰ ਕੇਸ ਹੁੰਦੇ ਆ। ਅਸੀਂ ਜੀ ਵਿਆਹ ਦੇ 25 ਲੱਖ ਲਾਇਆ, ਵਿਆਹ ਦੇ 30 ਲੱਖ ਲਾਇਆ, ਸਾਨੂੰ ਪੈਸਾ ਮੁੜਨਾ ਚਾਹੀਦਾ। ਇੱਦਾਂ ਮੁੜਦੇ ਪੈਸੇ ਵਾਪਸ। ਇੰਨਾ ਚੰਗਾ ਪਹਿਲਾਂ ਹੀ ਬੰਦਾ ਥੋੜ੍ਹਾ ਜਿਹਾ ਸਮਝ ਲੈ ਲਵੇ, ਕਰ ਲਵੇ ਕਿ ਜੇ ਮੈਂ ਕਰਨਾ ਤਾਂ ਸਿੰਪਲ ਜਿਹਾ ਕਰਾਂ, ਨੋਰਮਲੀ ਕਰਾਂ, ਤਾਂ ਕਿ ਕੱਲ੍ਹ ਨੂੰ ਜੇ ਨਹੀਂ ਵੀ ਹੁੰਦਾ ਤਾਂ ਕੱਲ੍ਹ ਨੂੰ ਮੈਨੂੰ ਟੈਨਸ਼ਨ ਨਾ ਕੋਈ ਵੀ ਰਵੇ। ਸਮਝ ਦਿਓ। ਔਰ ਦੇਖਿਓ ਅੱਛਾ ਪਤਾ ਨਹੀਂ ਕੀ ਹੋਇਆ, ਪੈਰਾਸ਼ੂਟ ਆ ਗਿਆ। ਚੜਾਇਆ ਹੋਣਾ ਕਿਸੇ ਨੂੰ, ਉਹੀ ਹੈ ਚੜਾਇਆ ਹੋਣਾ ਕਿਸੇ ਨੇ ਪੈਰਾਸ਼ੂਟ। ਇਹੀ ਹੈ ਕਿ ਬਾਹਰਲੀਆਂ ਪੈਰਾਸ਼ੂਟਾਂ ਦੇਖ ਦੇਖ ਕੇ ਬੰਦਾ ਖੁਸ਼ ਹੋ ਜਾਂਦਾ, ਅੰਦਰਲੀ ਚੜਾਈ ਕਰਦਾ ਹੀ ਨਹੀਂ। ਅੰਦਰ ਅੰਦਰ ਬਹੁਤ ਕੁਛ ਹੈ ਇਨਸਾਨ। ਇਸ ਲਈ ਫਿਰ ਹੁੰਦਾ ਹੈ ਕਿ ਰੱਬ ਤਾਂ ਮੌਕੇ ਦਿੰਦਾ ਹੈ ਆਪਣੇ ਤੱਕ ਆਉਣ ਦੇ, ਪਰ ਜਿਹੜੇ ਮੌਕੇ ਰੱਬ ਤੱਕ ਜਾਣਦੇ ਹੁੰਦੇ ਉਹ ਟਾਈਮ ਬੰਦਾ ਇੱਦਾਂ ਹੀ ਵਿਅਰਥ ਦੇ ਕੰਮਾਂ 'ਚ ਹੀ ਦੌੜ ਕੇ ਗਵਾ ਦਿੰਦਾ। ਦੇਖੋ ਸਵੇਰ ਦਾ ਟਾਈਮ ਪਰਮਾਤਮਾ ਦੀ ਬੰਦਗੀ ਕਰਨ ਦਾ, ਅੰਮ੍ਰਿਤ ਵੇਲਾ ਜਿਹਨੂੰ ਕਿਹਾ ਗਿਆ, ਉਹ ਵੀ ਟਾਈਮ ਬੰਦਾ ਅੱਜ ਕੱਲ੍ਹ ਪਹਿਲਾਂ ਬੰਦੇ ਦੀ ਸੌਣ ਦੀ ਰੂਟੀਨ ਜਿਹੜੀ ਵੱਡੀ ਉਲਟੀ ਜਿਹੀ ਹੋ ਗਈ ਉਹ। ਇਸ ਕਰਕੇ ਕੋਈ ਸਾਨੂੰ ਕਹੇ ਮਾਲਕੋ ਸਵੇਰੇ ਜਾਗਣਾ ਬੜਾ ਔਖਾ ਹੈ, ਕਹਿੰਦੇ ਜਾਗਣਾ ਔਖਾ ਨਹੀਂ ਹੈ, ਸਵੇਰੇ ਜਾਗਣਾ ਕੋਈ ਔਖਾ ਨਹੀਂ ਹੈ। ਤੁਸੀਂ 4 ਵਜੇ ਵੀ ਜਾਗ ਸਕਦੇ ਹੋ, ਅਲਾਰਮ ਲਾ ਕੇ ਤੁਸੀਂ 4 ਵਜੇ। ਔਖਾ ਤਾਂ ਹੁੰਦਾ ਟਾਈਮ ਨਾਲ ਸੋਣਾ। ਜੇ ਟਾਈਮ ਨਾਲ ਬੰਦਾ ਸੋਣਾ ਸ਼ੁਰੂ ਕਰ ਦੇਵੇ ਤਾਂ ਜਾਗਣਾ ਉਹਦੇ ਵਾਸਤੇ ਬੜਾ। ਇਸ ਲਈ ਹੁਣ ਤੁਹਾਡੇ ਕੋਲ ਦੀਵਾਲੀ ਕਰਕੇ ਅੱਜ ਬੈਠੇ ਆ, ਨਹੀਂ ਤਾਂ ਅਸੀਂ 8 ਵਜੇ ਤੋਂ ਪਹਿਲਾਂ ਬਿਸਤਰ ਤੇ ਜਾ ਕੇ ਚਲੇ ਜਾਂਦੇ। ਪਤਾ ਸਾਨੂੰ 3 ਵਜੇ ਉੱਠਣਾ ਹੈ ਸੀ, ਫਿਰ ਚਾਹੇ ਕੁਛ ਵੀ ਹੋ ਜਾਵੇ, ਇੱਕ ਵਾਰ ਰੂਮ ਚਲੇ ਗਏ ਤਾਂ ਕੋਈ ਉਹ ਨਹੀਂ। ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਸੋਣਾ ਟਾਈਮ ਨਾਲ ਬੰਦੇ ਨੂੰ ਨਹੀਂ ਆਉਂਦਾ, ਔਰ ਕੁਦਰਤ ਨੇ ਸੌਣ ਦਾ ਟਾਈਮ ਜਿਹੜਾ ਨਾ 9 ਵਜੇ ਤੱਕ ਬੰਦੇ ਨੂੰ ਲੇਟ ਜਾਣਾ ਚਾਹੀਦਾ ਬਿਸਤਰ 'ਤੇ, ਪਰ ਉਹ ਟਾਈਮ ਬੰਦਾ ਟੀਵੀ ਵਿੱਚ, ਮੋਬਾਈਲ ਵਿੱਚ ਜਾਂ ਹੋਰ ਚੀਜ਼ਾਂ 'ਚ ਬੰਦਾ ਲਾ ਦਿੰਦਾ। ਤਾਂ ਠੀਕ ਹੋ, ਜਿਹੜੇ ਟਾਈਮ ਨਾਲ ਸੌਣ ਦੀ ਬੰਦਾ ਰੂਟੀਨ ਬਣਾਵੇ। ਜਦੋਂ ਹੁਣ ਟਾਈਮ ਨਾਲ ਬੰਦਾ ਸੁੱਤਾ ਹੋਵੇ ਤਾਂ ਜਾਗ ਵੀ ਆਪਣੇ ਆਪ ਹੀ ਈਜ਼ੀਲੀ ਆ ਜਾਂਦੀ ਹੈ। ਸੋਣਾ ਹੀ ਰਾਤ ਨੂੰ ਬੰਦੇ ਨਾਲ ਆਪਣੇ ਕਹਿ ਲਓ 12 ਵਜੇ ਹੈ, 11 ਵਜੇ ਹੈ, ਤਾਂ ਫਿਰ 2 ਵਜੇ ਉੱਠ ਕੇ ਤਾਂ ਫਿਰ ਧਿਆਨ 'ਤੇ ਬਹਿ ਕੇ ਝੋਕਾਂ ਹੀ ਆਣੀਆਂ ਬੰਦੇ ਨੂੰ। ਉਹ ਫਾਇਦਾ ਕੀ ਫਿਰ
ਠੀਕ ਹੈ। ਫਿਰ ਬੰਦਾ ਕਹਿੰਦਾ ਧਿਆਨ ਤੇ ਬੈਠੇ ਨੀਂਦ ਬਹੁਤ ਆਉਂਦੀ ਹੈ। ਸੋ ਟਾਈਮ ਦੀ ਸੈਟਿੰਗ ਕਰੋ ਆਪਣੀ, ਤਾਂ ਕੁਦਰਤ ਤਾਂ ਸਭ ਕੁਝ ਦੇਣ ਨੂੰ ਤਿਆਰ ਹੈ, ਪਰ ਬੰਦਾ ਹੀ ਆਪਣੇ ਸਿਸਟਮ ਨੂੰ ਆਪ ਹੀ ਖਰਾਬ ਕਰ ਸ਼ਬਦ ਗਾਣਾ ਲੱਗਦਾ ਮਾਈ ਦਾ। ਕੋਈ ਸ਼ਬਦ ਸੁਣਾਉਣ ਲੱਗੇ? ਹਾਂਜੀ, ਤੁਹਾਡੀ ਆਗਿਆ ਹੋਵੇ ਤਾਂ ਸੁਣਾ ਦਿਓ ਅਸੀਂ ਤਾਂ ਆਪ ਚੁੱਪ ਰਹਿਣਾ ਚਾਹੁੰਦੇ ਅੱਜ। ਹਾਂਜੀ ਹਾਂਜੀ ਸੁਣਾਓ। ਵਿੱਚ ਰਹਿ ਕੇ ਵੀ ਬਹੁਤ ਕੁਛ ਹੈ ਜੀ, ਅੱਜ ਦੇ ਦਿਨ ਨਾਲ ਜੁੜਿਆ ਬੜਾ ਕੁਝ ਵਿੱਚ ਹੀ। ਅੱਜ ਦੇ ਵਿੱਚ ਹੀ ਹੈ, ਅੱਜ ਦੇ ਦਿਨ। ਦੀਵਾਲੀ ਦੀ ਰਾਤ ਦੀ ਗੱਲ ਕਰ ਰਹੇ ਸੀ। ਦੁਨੀਆ ਸੋਚਦੀ ਹੈ ਕਿ ਸ਼ਾਇਦ ਰਾਮ ਦੇ ਅਯੋਧਿਆ ਆਉਣ ਵਾਲੀ ਦੀਵਾਲੀ ਹੈ, ਪਰ ਤੁਸੀਂ ਜਾਣਦੇ ਹੋ ਅੱਜ ਪੂਜਾ ਰਾਮ ਦੀ ਨਹੀਂ ਹੁੰਦੀ। ਪੂਜਾ ਕਿਹਦੀ ਹੁੰਦੀ ਹੈ? ਲਕਸ਼ਮੀ ਦੀ। ਪਰ ਅੱਜ ਬਹੁਤ ਜ਼ਿਆਦਾ ਜਿਹਨਾਂ ਨੇ ਮੰਤਰ ਸਿੱਧੀ ਕਰਨੀ ਹੋਵੇ, ਕੋਈ ਵੀ ਸਿੱਧੀ ਕਰਨੀ ਹੋਵੇ, ਅੱਜ ਦੀ ਰਾਤ ਕਰਦੇ ਆ। ਅਮੀ ਦਿਓਗ ਨਹੀਂ। ਅਸੀਂ ਤਾਂ ਇਹ ਜਗ੍ਹਾ ਤੁਸੀਂ ਪੜ੍ਹੋਗੇ, ਕਈਆਂ ਨੇ ਲਿਖਿਆ ਹੁੰਦਾ ਦੀਵਾਲੀ ਦੀ ਰਾਤ ਨੂੰ ਸਿੱਧ ਯੰਤਰ ਕੀਤਾ ਪ੍ਰਾਪਤ ਕਰੋ, ਮਾਇਆ ਪ੍ਰਾਪਤ ਕਰੋ, ਇਹ ਕਰੋ, ਉਹ ਕਰੋ। ਅੱਜ ਦੀ ਰਾਤ ਬਹੁਤ ਖਾਸ ਹੈ। ਅੱਜ ਦੀ ਰਾਤ ਜੇ ਸਿਰਫ ਰਾਮ ਦੇ ਨਾਲ ਜੁੜੀ ਹੁੰਦੀ ਤਾਂ ਫਿਰ ਰਾਮ ਦੀ ਪੂਜਾ ਹੋਣੀ ਚਾਹੀਦੀ ਸੀ ਕਿ ਰਾਮ ਆ ਗਏ, ਬਸ ਗੱਲ ਖਤਮ। ਪਰ ਸਪੈਸ਼ਲੀ ਅੱਜ ਦਾ ਦਿਨ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ, ਕਿਉਂਕਿ ਦੀਵਾਲੀ ਨੂੰ ਖਾਸ ਲਕਸ਼ਮੀ ਦੇ ਨਾਲ, ਲਕਸ਼ਮੀ ਦਾ ਦਿਨ ਹੈ। ਲਕਸ਼ਮੀ ਦਾ ਮਤਲਬ ਕੋਈ ਦੇਵੀ ਨਹੀਂ, ਸਮਝਦੇ ਹੋ ਕਿ ਨਹੀਂ? ਲਕਸ਼ਮੀ ਦਾ ਮਤਲਬ ਹੈ ਕਿ ਸਾਡੇ ਅੰਦਰ ਇੱਕ ਸ਼ਕਤੀ ਹੈ ਜਿਹੜੀ ਸਾਨੂੰ ਸਮਰਿੱਧੀ, ਕਾਮਯਾਬੀ, ਸਫਲਤਾ, ਖੁਸ਼ੀ ਦੀ ਤਰਫ ਲੈ ਕੇ ਜਾਂਦੀ ਹੈ। ਕਿਉਂਕਿ ਇਹ ਰਾਤ ਆਪਣੇ ਅੰਦਰਲੀ એનર્ਜੀ ਨੂੰ, ਸ਼ਕਤੀ ਨੂੰ ਜਗਾਉਣ ਦੀ ਰਾਤ ਹੈ। ਜਿੱਦਾਂ ਆਪਾਂ ਦੱਸ ਰਹੇ ਸੀ ਨਾ ਕਿ ਇਹ ਰਾਤ ਅਗਰ ਬੰਦਾ ਮੈਡੀਟੇਸ਼ਨ ਕਰੇ, ਧਿਆਨ ਕਰੇ, ਤਾਂ ਬਹੁਤ ਜਲਦੀ ਉਹਦੀ ਸ਼ਕਤੀ ਇਨਕਰੀਜ਼ ਹੁੰਦੀ ਹੈ। ਬਹੁਤ ਜਲਦੀ ਉਹਦੀ, ਜਿੱਦਾਂ ਕਹਿ ਲਓ ਕਿ ਸਾਧਨਾ 'ਚ ਉਹਨੂੰ ਸਫਲਤਾ ਮਿਲਦੀ ਹੈ। ਔਰ ਜਦੋਂ ਉਹ ਸ਼ਕਤੀ ਦੀ ਗੱਲ ਆਉਂਦੀ ਹੈ, ਉਹ ਸ਼ਕਤੀ ਨੂੰ ਇੱਦਾਂ ਬਾਹਰ ਕਿਸੇ ਦੇਵੀ ਦਾ ਨਾਮ ਦੇ ਦਿੱਤਾ ਜਾਂਦਾ ਹੈ, ਹਾਲਾਂਕਿ ਸਾਰੀਆਂ ਸ਼ਕਤੀਆਂ ਇਨਸਾਨ ਦੇ ਅੰਦਰ ਹੀ ਬੈਠੀਆਂ ਹੈ। ਸਮਝਦੇ ਹੋ? ਇਸ ਲਈ ਅਗਰ ਇਹ ਰਾਤ ਇਨਸਾਨ ਇਬਾਦਤ ਕਰਦਾ ਹੈ, ਜਿਹਨੇ ਸ਼ਬਦ ਦੀ ਦਾਤ ਲਈ ਹੈ, ਨਾਮ ਦੀ ਦਾਤ ਲਈ ਹੈ, ਅਗਰ ਉਹ ਮਿਹਨਤ ਕਰਦਾ ਹੈ ਤਾਂ ਬੜੀ ਜਲਦੀ ਸਮਝ ਲਓ ਕਿ ਜੇ ਉਹਦੀ ਮੰਜ਼ਿਲ ਇੱਥੇ ਹੈ ਨਾ, ਤਾਂ ਇਸ ਰਾਤ ਮਿਹਨਤ ਕਰਨਾ ਜਿੱਥੇ ਬਾਕੀ ਦਿਨਾਂ 'ਚ ਹੌਲੀ 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 ਵੱਧਦਾ, ਇੱਦਾਂ ਵੱਧਦਾ। ਇਹ ਨਹੀਂ ਕਿ ਮੰਜ਼ਿਲ ਮਿਲ ਜਾਂਦੀ ਹੈ, ਪਰ ਬਹੁਤ ਜਲਦੀ ਉਹਦੇ ਨੇੜੇ ਹੋ ਜਾਂਦਾ ਹੈ। ਇੱਕ ਬੂਸਟਰ ਹੈ, ਕਿਉਂਕਿ ਇਸ ਵਕਤ ਕੁਝ ਸਾਡੀ ਪ੍ਰਿਥਵੀ, ਸੂਰਿਆ ਜਾਂ ਜਿੰਨੇ ਵੀ ਗ੍ਰਹਿ ਹੈ, ਇਹਨਾਂ ਦਾ ਤਾਲਮੇਲ ਕੁਛ ਐਸਾ ਹੁੰਦਾ ਐਨਰਜੀ ਨੂੰ ਵਧਾ ਦਿੰਦੇ। ਇਸ ਲਈ ਇਹਦਾ ਪ੍ਰਭਾਵ ਅਗਰ ਅਸੀਂ ਮੈਡੀਟੇਸ਼ਨ 'ਤੇ ਬੈਠੀਏ, ਅੱਖਾਂ ਬੰਦ ਕਰਕੇ ਬੈਠੀਏ, ਤਾਂ ਫਿਰ ਅੰਦਰ ਦੇਖਣ ਨੂੰ ਬੜੀ ਜਲਦੀ ਮਿਲਦਾ ਹੈ ਕਿ ਬੜੀ ਜਲਦੀ ਤਾਂ ਕਹਿ ਲਓ ਕਿ ਸਾਡੀ ਸੁਰਤੀ ਨੂੰ ਖਿੱਚ ਪੈਂਦੀ ਹੈ ਆਪਣੀ ਮੰਜ਼ਿਲ ਦੀ ਤਰਫ, ਜਿਹਦਾ ਆਪਾਂ ਕਹਿੰਦੇ ਨਾ ਸਹਿਸਤਰਾਰ। ਕਿਉਂਕਿ ਬੰਦੇ ਦੇ ਅੰਦਰ 7 ਚੱਕਰ, ਅਗਰ ਜ਼ਿਆਦਾਤਰ ਇਨਸਾਨ ਦੀ ਜਿਹੜੀ ਸੁਰਤੀ ਹੈ, ਉਹ ਦੇਖਿਆ ਕਿ 2 ਚੱਕਰਾਂ ਤੱਕ ਹੀ ਫਸੀ ਰਹਿ ਜਾਂਦੀ ਹੈ। ਮੂਲਾਧਾਰ ਚੱਕਰ ਤੋਂ ਲੈ ਕੇ ਔਰ ਸਵਾਦਿਸ਼ਟਾਨ ਚੱਕਰ ਜਾਂ ਵੱਧ ਤੋਂ ਵੱਧ ਮਣੀਪੁਰ ਚੱਕਰ, ਯਾਨੀ ਨਾਭੀ ਕੇਂਦਰ ਤੱਕ। ਇਹ ਤੋਂ ਉੱਪਰ ਬੰਦਾ ਉੱਠ ਹੀ ਨਹੀਂ ਪਾਉਂਦਾ, ਕਿਉਂਕਿ ਜਦੋਂ ਇਹ એનર્ਜੀ ਉੱਪਰ ਉੱਠਣੀ ਸ਼ੁਰੂ ਹੁੰਦੀ ਹੈ, ਹਾਰਟ ਕੇਂਦਰ ਤੱਕ ਪਹੁੰਚ ਗਏ ਅਸੀਂ, ਜੋ ਕਿ ਚੌਥਾ ਚੱਕਰ ਕਿਹਾ ਜਾਂਦਾ, ਹਿਰਦੇ ਚੱਕਰ। ਉੱਥੇ ਅਗਰ ਇਨਸਾਨ ਪਹੁੰਚ ਜਾਵੇ ਤਾਂ ਇਨਸਾਨ ਦੇ ਵਿੱਚ ਕੋਈ ਨਫ਼ਰਤ ਰਹਿ ਨਹੀਂ ਜਾਂਦੀ ਕਿਸੇ ਵਾਸਤੇ, ਕੋਈ ਬੁਰੀ ਭਾਵਨਾ ਕਿਸੇ ਵਾਸਤੇ ਰਹਿ ਨਹੀਂ ਜਾਂਦੀ, ਕਿਉਂਕਿ ਉਹਦਾ ਹਿਰਦਾ ਜਾਗ ਗਿਆ। ਹੁਣ ਹਿਰਦੇ ਕੇਂਦਰ ਜਾਗ ਗਿਆ। ਹਿਰਦੇ ਕੇਂਦਰ ਜਾਗਣ ਵਾਲਾ ਸਹੀ ਮਾਨੀਏ 'ਚ ਪ੍ਰੇਮ 'ਚ ਪ੍ਰਵੇਸ਼ ਕਰ ਲਿਆ ਉਸ। ਇਸ ਕਰਕੇ ਅੰਦਰਲੇ ਬੜੇ ਰਾਜ ਹੈ। ਤਾਂ ਹੀ ਅਸੀਂ ਕਿਹਾ ਦੀਵਾਲੀ ਦੇ ਸਿਰਫ ਬਾਹਰੀ ਚੀਜ਼ਾਂ ਨਾਲ ਨਹੀਂ ਜੋੜਿਆ ਜਾ ਸਕਦਾ ਇਹਨੂੰ। ਜਿਹਨੇ ਸਮਝਿਆ ਹੈ ਉਹ ਇਹਨੂੰ ਆਪਣੇ ਅੰਦਰਲੀ ਜਾ ਕੇ ਗਹਿਰਾਈ ਨੂੰ ਜਦੋਂ ਦੇਖਦਾ ਹੈ ਬੰਦਾ, ਤਾਂ ਫਿਰ ਪਤਾ ਲੱਗਦਾ ਇਹਦਾ ਬੜਾ ਇਫੈਕਟ ਪੈਂਦਾ। ਸਾਡੀ ਇਹ ਰਾਤ ਦਾ ਬੜਾ ਇਫੈਕਟ ਹੈ ਸਾਡੇ ਜੀਵਨ 'ਚ, ਸਾਡੇ ਜੀਵਨ 'ਚ ਬੜਾ ਪ੍ਰਭਾਵ ਹੈ। ਜਿਹੜਾ ਟਾਈਮ ਪ੍ਰਭਾਵਿਤ ਹੁੰਦਾ ਹੈ, ਕਿ ਲਾਹੇਵੰਦ ਟਾਈਮ ਹੁੰਦਾ, ਬੰਦਾ ਬਸ ਆਹ ਦੇਖੋ ਇੱਦਾਂ ਗਵਾਉਂਦਾ ਹੈ, ਠੀਕ ਹੈ, ਇੱਦਾਂ ਟਾਈਮ ਨੂੰ ਉਹ ਵੇਸਟ ਕਰਦਾ ਹੈ। ਤੇ ਤੁਹਾਨੂੰ ਵੀ ਇਹੀ ਕਹਾਂਗੇ ਕਿ ਜਿਹੜੇ ਜੀਵ ਇੱਥੇ ਦਰਬਾਰ 'ਤੇ ਰੁਕੇ ਹੋਏ ਆ, ਜੇ ਲੰਗਰ ਪਾਣੀ ਛਕ ਲਿਆ ਤਾਂ
ਕੋਸ਼ਿਸ਼ ਕਰੋ ਕਿ 11 ਵਜੇ ਦਾ ਆਪਾਂ ਦੱਸਿਆ ਕਿ 11 ਵਜੇ ਤੱਕ ਦਾ ਟਾਈਮ ਹੈ, ਬੜਾ ਉੱਚਿਤ ਟਾਈਮ ਹੁੰਦਾ ਹੈ ਕਿ ਬੰਦਾ ਧਿਆਨ ਤੇ ਬੈਠੇ ਅੱਖਾਂ ਬੰਦ ਕਰਕੇ। ਤਾਂ ਜੇ ਨਹੀਂ ਵੀ ਕਿਸੇ ਨੇ ਸ਼ਬਦ ਲਿਆ, ਹਾਲੇ ਨਾਮ ਨਾਲ ਨਹੀਂ ਵੀ ਜੁੜਿਆ, ਤਾਂ ਉੱਦਾਂ ਹੀ ਬੈਠ ਕੇ ਲੰਬਾ ਸਵਾਸ ਲਵੇ। ਹੁਣ ਦੋ ਹੀ ਚੀਜ਼ਾਂ ਇੱਥੇ ਜ਼ਰੂਰੀ ਹੁੰਦੀਆਂ, ਇੱਕ ਸ਼ਾਂਤੀ, ਦੂਸਰਾ ਲੰਬਾ ਸਵਾਸ। ਪਰ ਕਿਤੇ ਨਾ ਕਿਤੇ ਪਟਾਕੇ ਦੋਨਾਂ ਵਿੱਚ ਹੀ ਰੁਕਾਵਟ ਖੜੀ ਕਰ ਦਿੰਦੇ। ਨਾ ਬੰਦਾ ਲੰਬਾ ਸਾਹ ਲੈ ਸਕਦਾ ਹੈ ਕਿਉਂਕਿ ਪੋਲੂਸ਼ਨ ਇੰਨਾ ਹੋ ਜਾਂਦਾ ਹੈ, ਨਾ ਹੀ ਬੰਦਾ ਸ਼ਾਂਤ ਹੋ ਕੇ ਅੰਦਰਲੀ ਆਵਾਜ਼ ਸੁਣ ਸਕਦਾ ਹੈ ਕਿਉਂਕਿ ਅਪਾਰ ਠਾ 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 ਠਾ। ਠੀਕ ਹੈ, ਅਗਰ ਕੋਈ ਪੁੱਛੇ ਨਾ ਸ਼ੈਤਾਨ ਦਾ ਕੰਮ ਕਿਹੜਾ ਹੈ, ਕਿਉਂਕਿ ਆਹ ਸ਼ੈਤਾਨ ਦਾ ਕੰਮ ਹੈ ਕਿ ਯਾਨੀ ਉੱਦਾਂ ਸ਼ੈਤਾਨ ਕਿਤੇ ਨਹੀਂ ਹੈ, ਬਸ ਬੰਦੇ ਦੀ ਸੋਚ ਹੀ ਹੈ। ਇਹ ਚੀਜ਼ ਉਹ ਹੈ ਕਿ ਬੰਦਾ ਆਪ ਹੀ ਆਪਣੀਆਂ ਸ਼ੈਤਾਨੀਆਂ ਦੇ ਕਰਕੇ ਆਪਣੀ ਮੰਜ਼ਿਲ ਤੋਂ ਬੰਦਾ ਦੂਰ ਹੋ ਜਾਂਦਾ। ਇਹਨੂੰ ਇੱਦਾਂ ਹੀ ਸਮਝ ਲਓ ਕਿ ਜਿੱਦਾਂ ਇੱਕ ਗੱਡੀ ਜਿਹੜੀ ਸਾਨੂੰ ਮੰਜ਼ਿਲ ਤੱਕ ਲੈ ਕੇ ਜਾਣ ਵਾਲੀ, ਬੰਦਾ ਆਪ ਹੀ ਉਹਦੇ ਟਾਇਰਾਂ ਦੀ ਹਵਾ ਕੱਢ ਦਿੰਦਾ ਤਾਂ ਕਿ ਇਹ ਮੈਨੂੰ ਲੈ ਕੇ ਤੁਰੇ ਹੀ ਨਾ, ਨਹੀਂ ਤਾਂ ਬੰਦਾ ਉਹਦਾ ਬੜਾ ਲਾਭ ਲੈ ਸਕਦਾ ਹੈ। ਇਸ ਲਈ ਇਹ ਤਾਂ ਗੱਲ ਪੱਕੀ ਹੈ ਕਿ ਜੇ ਤੁਹਾਡੇ ਕੋਲ ਨਾ ਬੈਠਣਾ ਹੁੰਦਾ ਅਸੀਂ ਇਹ ਅੰਦਰ ਅੱਖਾਂ ਬੰਦ ਕਰਕੇ ਬੈਠੇ ਹੋਣਾ ਸੀ। ਅਸੀਂ ਸਮਝਦੇ ਹੋ ਕਿ ਨਹੀਂ? ਯਾਰ ਬੱਚਿਆਂ ਨੇ ਕਿਹਾ ਕਿ ਆਸਣ ਲਾਇਆ ਹੋਇਆ ਸੀ ਕਿ ਚਲੋ ਫਿਰ ਤਾਂ ਬਹਿੰਦੇ ਹਾਂ ਬਾਹਰ ਜਾ ਕੇ। ਔਰ ਇੱਥੇ ਆ ਕੇ ਬੜੀ ਮੁਸ਼ਕਿਲ ਆਪਣੇ ਆਪ ਨੂੰ ਤਿਆਰ ਕੀਤਾ ਬੋਲਣ ਵਾਸਤੇ। ਅਸੀਂ ਅਸੀਂ ਤਾਂ ਸੋਚਿਆ ਚੁੱਪ ਕਰਕੇ ਆਪ ਹੀ ਬੈਠ ਰਹੀ, ਤੁਹਾਨੂੰ ਬਿਠਾ ਦਈਏ ਚੁੱਪ। ਸਮਝਦੇ ਹੋ ਕਿ ਨਹੀਂ? ਇਸ ਲਈ ਅਸੀਂ ਦੱਸਿਆ ਕੁਛ ਸਾਲ ਦੇ ਵਿੱਚ ਕੁਛ ਘੜੀਆਂ, ਕੁਛ ਰਾਤਾਂ ਇੱਦਾਂ ਦੀਆਂ ਆਉਂਦੀਆਂ ਜਦੋਂ ਸਾਡਾ ਵਾਕਿਆ ਬੋਲਣ ਨੂੰ ਦਿਲ ਨਹੀਂ ਕਰਦਾ। ਅਗਰ ਉਸ ਰਾਤ ਨੂੰ ਕੋਈ ਕਹੇ ਨਾ ਮਾਲ ਕੋਈ ਸਤਸੰਗ ਕਰਨਾ ਹੈ ਨਾ, ਬੜਾ ਔਖਾ ਹੈ, ਉੱਦਾਂ ਭਾਵੇਂ 24 ਘੰਟੇ ਬੁਲਾਓ। ਪਰ ਕੁਛ ਪਲ ਐਸੇ ਹੁੰਦੇ ਜਦੋਂ ਸਾਨੂੰ ਲੱਗਦਾ ਕਿ ਆਹ ਟਾਈਮ ਅਸੀਂ ਬੋਲ ਕੇ ਨਹੀਂ, ਜੋ ਸ਼ਾਂਤ ਰਹਿ ਕੇ ਬਹੁਤ ਕੁਛ ਆਪਣੇ ਅੰਦਰ ਆਪਣੀ ਤਾਕਤ ਨੂੰ, ਆਪਣੀ ਸ਼ਕਤੀ ਨੂੰ, ਆਪਣੇ ਇਲਮ ਨੂੰ, ਆਪਣੇ ਮੰਜ਼ਿਲ ਨੂੰ ਹੋਰ ਵਧਾ ਸਕਦੇ ਹਾਂ ਅਸੀਂ। ਸਮਝਦੇ ਹੋ? ਇਸ ਲਈ ਪਰ ਹੁਣ ਤੁਹਾਨੂੰ ਸਾਨੂੰ ਤਾਂ ਬੋਲਣਾ ਪਿਆ ਕਿ ਤੁਸੀਂ ਵੀ ਇਹ ਰਾਤ ਦੀ ਅਹਿਮੀਅਤ ਨੂੰ ਸਮਝੋ। ਇਹ ਰਾਤ ਨੂੰ ਵੇਸਟ ਨਾ ਜਾਣ ਦਈਏ। ਸਮਝ ਲਓ ਕਿ ਇਹ ਕੀਮਤੀ ਪਲ ਹੈ, ਇਹਨਾਂ ਨੂੰ ਵੇਸਟ ਨਾ ਜਾਣ ਦਈਏ, ਬਲਕਿ ਇਹਨਾਂ ਪਲਾਂ ਦੀ ਅਸੀਂ ਅਹਿਮੀਅਤ ਸਮਝੀਏ। ਜਿਹੜੇ ਸਮਝਦਾਰ ਇਨਸਾਨ ਜਿਹੜਾ ਹੋਏਗਾ, ਵਾਕਿਆ ਜਿਹਨੂੰ ਪਤਾ ਹੋਏਗਾ, ਉਹ ਨਾ ਇਹ ਟਾਈਮ 'ਚ ਅਸੀਂ ਤਾਂ ਇਹ ਕਹਾਂਗੇ ਮੋਬਾਈਲ ਨੂੰ ਲਾਓ, ਸਵਿਚ ਆਫ ਕਰੋ, ਫਲਾਈਟ ਮੋਡ 'ਤੇ ਲਾ ਕੇ ਇੱਕ ਪਾਸੇ ਰੱਖੋ, ਟੀਵੀ ਦਾ ਬਟਨ ਕਰੋ ਆਫ, ਤਾਂ ਅੱਖਾਂ ਬੰਦ ਕਰਕੇ ਬਹਿ ਜਾਓ। ਤਾਂ ਤੁਸੀਂ ਆਪ ਦੇਖੋਗੇ ਤੁਹਾਨੂੰ ਕਿੰਨਾ ਇਹ 'ਚ ਲਾਭ ਹੋਏਗਾ, ਤੁਹਾਡੀ ਫਿਜ਼ੀਕਲੀ ਬਾਹਰਲੀ ਤੰਦਰੁਸਤੀ ਵਾਸਤੇ ਵੀ ਤੇ ਮੈਂਟਲੀ ਹੈਲਥ ਵਾਸਤੇ ਵੀ ਤੁਹਾਨੂੰ ਬਹੁਤ ਫਾਇਦਾ ਹੋਏਗਾ। ਇਹ ਬਹੁਤ ਲਾਭ ਹੈਗਾ। ਔਰ ਜਿਹੜੀ ਸਮਰਿੱਧੀ ਹੈ, ਸਮਰਿੱਧੀ ਵਿੱਚ ਸਭ ਕੁਝ ਆ ਜਾਂਦਾ ਹੈ। ਸਾਡੀ ਅੱਛੀ ਸਿਹਤ, ਸਾਡੀ ਸਮਝ ਲਓ ਧਨ ਦੌਲਤ, ਪਦਾਰਥ, ਕਾਮਯਾਬੀ, ਸਫਲਤਾ, ਇੱਕ ਸਮਰਿੱਧੀ ਲਫ਼ਜ਼ ਜਦੋਂ ਆਉਂਦਾ ਨਾ ਉਹ 'ਚ ਸਭ ਕੁਝ ਆ ਜਾਂਦਾ ਹੈ। ਇਸ ਕਰਕੇ ਇਹ ਸਮਰਿੱਧੀ ਨੂੰ ਪ੍ਰਾਪਤ ਕਰਨ ਦੀ ਰਾਤ ਹੈ। ਇਸ ਕਰਕੇ ਲੋਕ ਉੱਥੇ ਵੀ ਇਕੱਲਾ ਲਕਸ਼ਮੀ ਨੂੰ ਜੋੜਤਾ ਧਨ, ਤਾਂ ਕੋਈ ਸਿਰਫ ਧਨ ਦੀ ਪੂਜਾ ਕਰਨ ਨਾਲ ਧਨ ਨਹੀਂ ਕਰਿਆ ਜਾਣਾ ਹੈ ਕਿ ਅਸੀਂ ਲਕਸ਼ਮੀ ਦੀ ਫੋਟੋ ਰੱਖ ਲਈਏ, ਉਹਦੇ ਅੱਗੇ ਆਰਤੀ ਕਰ ਲਈਏ ਤਾਂ ਫਿਰ ਬਸ ਬਾਹਰਲੇ ਸ਼ੋਰ ਸ਼ਰਾਬੇ 'ਚ ਬਹਿ ਜਾਈਏ। ਨਹੀਂ, ਇਸ ਵੇਲੇ ਆਪਾਂ ਸ਼ਾਂਤ ਹੋ ਕੇ ਬੈਠਦੇ ਹਾਂ। ਸਾਡੀ ਸੁਰਤੀ ਜਿੱਦਾਂ ਜਿੱਦਾਂ ਉਹ ਆਪਣੇ ਪਰਮਾਤਮਾ ਨਾਲ, ਪ੍ਰਭੂ ਨਾਲ, ਬ੍ਰਹਿਮੰਡ ਦੇ ਨਾਲ ਜੁੜਦੀ ਹੈ ਨਾ, ਸਾਡੇ ਜੀਵਨ 'ਚ ਉਹਦੀ ਖੁਸ਼ੀਆਂ ਆਉਣੀਆਂ, ਸਮਰਿੱਧੀ ਆਉਣੀ ਸ਼ੁਰੂ ਹੋ ਜਾਂਦੀ। ਇਹਨੂੰ ਕਿਹਾ ਜਾਂਦਾ ਹੈ ਕਿ ਜਦੋਂ ਸਾਡੀ ਸੁਰਤੀ ਉਹ ਰਾਮ ਨਾਲ, ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਨੇ, ਦਰਦਾਂ ਤੋਂ ਆਰਾਮ ਮਿਲੇ ਨੇ। ਕਿਉਂਕਿ ਰਾਮ ਦਾ ਨਾਮ ਵੀ ਜਦੋਂ ਨਾ ਵਸ਼ਿਸ਼ਟ ਜੀ ਨੇ ਰੱਖਿਆ ਸੀ, ਜਦੋਂ ਰਾਮ ਦਾ ਜਨਮ ਹੋਇਆ ਸੀ, ਕਿਉਂਕਿ ਰਾਮ ਨੇ ਜਨਮ ਲਿਆ, ਫਿਰ ਭਰਤ, ਫਿਰ ਲਕਸ਼ਮਣ, ਫਿਰ ਸ਼ਤਰੂਘਨ, ਜਦੋਂ ਚਾਰਾਂ ਰਾਜਕੁਮਾਰਾਂ ਦਾ ਨਾਮ ਆਪਣੇ ਜਨਮ ਹੋਇਆ ਸੀ ਤਾਂ ਦਸ਼ਰਥ ਨੇ ਮੁਨੀ ਵਸ਼ਿਸ਼ਟ ਜੀ ਨੂੰ ਕਿਹਾ ਸੀ ਬੱਚਿਆਂ ਦਾ ਨਾਮਕਰਨ ਕਰੋ। ਤਾਂ ਜਿਸ ਵੇਲੇ ਉਹਨਾਂ ਨੇ ਪਹਿਲਾਂ ਸਭ ਤੋਂ ਵੱਡੇ ਬੇਟੇ ਯਾਨੀ ਦਸ਼ਰਥ ਦੇ ਬੜੇ ਬੇਟੇ ਜਿਹਨੂੰ ਰਾਮ ਕਹਿੰਦੇ ਆ, ਅਸੀਂ ਗੋਦ 'ਚ ਲਿਆ, ਦੇਖਿਆ, ਤਾਂ ਉਸ ਵੇਲੇ ਵਸ਼ਿਸ਼ਟ ਜੀ ਨੇ ਕਿਹਾ ਕਿ ਮੈਂ ਜਿਸ ਰਾਮ ਦਾ ਨਾਮ ਲੈਂਦਾ ਨਾ, ਔਰ ਉਹ ਰਾਮ ਸਿਰਫ ਦਸ਼ਰਥ ਦਾ ਬੇਟਾ ਨਹੀਂ ਸੀ, ਉਸ ਤੋਂ ਪਹਿਲਾਂ ਵੀ ਰਾਮ ਸੀ ਜਿਹਨੂੰ ਵਸ਼ਿਸ਼ਟ ਜੀ ਸਿਮਰਨ ਕਰਦੇ ਸੀ। ਕਹਿੰਦੇ ਮੈਂ ਚਾਹੁੰਦਾ ਹਾਂ ਕਿ ਇਹ ਮੇਰਾ ਬੜਾ ਪਿਆਰਾ ਬਣਨਾ ਹੈ। ਯਾਨੀ ਜਿੱਦਾਂ ਕਹਿ ਲਓ ਕਿ ਬੰਦਾ ਕਹਿੰਦਾ ਕਿ ਗੁਰੂ ਨੂੰ ਪਤਾ ਹੁੰਦਾ ਹੈ ਕਿ ਬੱਚੇ ਨੇ ਜਨਮ ਲਿਆ ਤਾਂ ਇਹਨੇ ਮੇਰਾ ਪਿਆਰਾ ਸੇਵਕ ਬਣਨਾ ਹੈ, ਵੀ ਇਹਨਾਂ ਮੇਰਾ ਬੜਾ ਆਗਿਆਕਾਰੀ ਹੋਣਾ ਹੈ। ਉਸ ਲਈ ਵਸ਼ਿਸ਼ਟ ਜੀ ਨੇ ਕਿਹਾ ਸੀ ਕਿ ਇਹਦੇ ਅੰਦਰ ਗੁਣ ਹੈ, ਇਹਨਾਂ ਮੇਰਾ ਬੜਾ ਆਗਿਆਕਾਰੀ ਬਣਨਾ ਹੈ, ਇਹਨਾਂ ਸੱਚ ਦੇ ਰਸਤੇ ਚੱਲਣਾ ਹੈ। ਇਸ ਲਈ ਮੈਂ ਇਹਨੂੰ ਰਾਮ ਨਾਮ ਦੇਣਾ ਹੈ, ਕਿਉਂਕਿ ਇਹ ਨਾਮ ਮੇਰੇ ਹਿਰਦੇ 'ਚ ਹੈ ਉਹ ਭਗਵਾਨ ਦਾ। ਤਾਂ ਮੈਂ ਚਾਹੂੰਗਾ ਕਿ ਜਦੋਂ ਇਹਨੂੰ ਵੀ ਆਵਾਜ਼ ਮਾਰਾਂ ਤਾਂ ਇਹਦੇ ਜ਼ਰੀਏ ਮੈਨੂੰ ਮੇਰੀ ਜ਼ੁਬਾਨ ਤੋਂ
ਆਪਣੇ ਪ੍ਰਭੂ ਦਾ ਨਾਮ ਨਿਕਲੇ। ਇਸ ਲਈ ਵਸ਼ਿਸ਼ਟ ਜੀ ਨੇ ਰਾਮ ਨਾਮ ਦਿੱਤਾ। ਇਹਦਾ ਮਤਲਬ ਰਾਮ ਭਗਵਾਨ, ਅਸੀਂ ਅੱਜ ਕਹਿੰਦੇ ਰਾਮ ਦਾ ਨਾਮ ਜਦੋਂ ਆਉਂਦਾ ਤਾਂ ਜਿੱਦਾਂ ਕਬੀਰ ਸਾਹਿਬ ਨੇ ਕਿਹਾ, ਇੱਕ ਰਾਮ ਦਸ਼ਰਥ ਘਰ ਡੋਲੇ ਪਰ ਇੱਕ ਰਾਮ ਘਟ ਘਟ ਮੇ ਬੋਲੇ। ਉਹ ਕਹਿੰਦੇ ਕਬੀਰ ਸਾਹਿਬ ਕਹਿੰਦੇ ਜਿਹੜੇ ਰਾਮ ਦੀ ਗੱਲ ਮੈਂ ਕਰ ਰਿਹਾ ਉਹ ਘਟ ਘਟ ਦੇ ਅੰਦਰ ਸਮਾਇਆ ਹੋਇਆ ਹੈ। ਔਰ ਇੱਥੇ ਵੀ ਜਦੋਂ ਗੁਰਬਾਣੀ ਦੇ ਅੰਦਰ ਆਉਂਦਾ ਹੈ ਕਿ ਸਭ ਸੁਖ ਦਾਤਾ ਰਾਮ ਹੈ ਦੂਸਰਾ ਨਾ ਹੈ ਕੋਈ, ਤਾਂ ਜੇ ਹੁਣ ਬੰਦਾ ਸੋਚੇ ਕਿ ਗੁਰੂਆਂ ਨੇ ਜਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦਸ਼ਰਥ ਦੇ ਬੇਟੇ ਰਾਮ ਦੀ ਗੱਲ ਕੀਤੀ ਹੈ, ਤਾਂ ਰਾਮ ਦੇ ਜੀਵਨ 'ਚ ਤਾਂ ਆਪਣੇ ਬੜੇ ਤਕਲੀਫਾਂ ਰਹੀਆਂ, ਬੜੇ ਦੁੱਖ ਰਹੇ ਜੀਵਨ 'ਚ, ਕਿਉਂਕਿ 14 ਸਾਲ ਦਾ ਬਨਵਾਸ, ਨੰਗੇ ਪੈਰੀ ਜੰਗਲਾਂ 'ਚ ਘੁੰਮਣਾ, ਫਿਰ ਆਪਣੀ ਪਤਨੀ ਨਾਲੋਂ ਵਿਛੜਨਾ, ਵਿਯੋਗ, ਰੋਣਾ, ਤਕਲੀਫ, ਦੁੱਖ, ਕਿਹੜੀ ਪੀੜਾ ਨਹੀਂ ਉਹਨੇ ਝੱਲੀ। ਪਰ ਇੱਥੇ ਗੁਰੂ ਕਹਿ ਰਹੇ ਕਿ ਸਭ ਸੁਖ ਦਾਤਾ ਰਾਮ ਹੈ ਦੂਸਰਾ ਨਾ ਹੀ ਕੋਈ। ਉਹ ਕਿਹੜੇ ਰਾਮ ਦੀ ਗੱਲ ਕਰ ਰਹੇ ਹੈ? ਹੁਣ ਇੱਥੇ ਹੋ ਸਕਦਾ ਕਿਸੇ ਦਾ ਨਾਮ ਰਾਮ ਹੋਵੇ, ਜਿੱਦਾਂ ਆਪਣੇ ਬਾਗਪੁਰ ਇੱਕ ਸੀਗਾ ਸਾਡਾ ਸੇਵਾਦਾਰ, ਉਹਦਾ ਨਾਮ ਰਾਮ ਸੀ। ਪਰ ਹੁਣ ਜਦੋਂ ਰਾਮ ਨਾਮ ਆਉਂਦਾ ਹੈ ਤਾਂ ਫਿਰ ਹੁਣ ਦੇਖਿਆ ਨਾ ਕਈ ਵਾਰ ਕਈਆਂ ਲੋਕਾਂ ਦੀ ਸਮਝ ਇੰਨੀ ਛੋਟੀ ਹੁੰਦੀ ਹੈ। ਹੁਣ ਅਸੀਂ ਇੱਕ ਸੰਤ ਹੈ, ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦੇ, ਉਹ ਕਿਤੇ ਕੁਰਾਨ 'ਚ ਇੱਕ ਜਗ੍ਹਾ ਲਿਖਿਆ ਕਿ ਖੁਦਾ ਕਬੀਰ ਹੈ। ਸਮਝਦੇ ਹੋ ਕਿ ਨਹੀਂ? ਕਿਉਂਕਿ ਕਬੀਰ ਦਾ ਮਤਲਬ ਉਹ ਨਹੀਂ ਸਮਝਣਾ, ਤਾਂ ਉਹਨਾਂ ਨੇ ਵਿਆਖਿਆ ਕੀ ਕੀਤੀ ਆਪਣੇ YouTube ਚੈਨਲ ਤੇ ਪਾਤਾ ਕਿ ਦੇਖਿਆ ਕੁਰਾਨ 'ਚ ਵੀ ਲਿਖਿਆ ਹੈ ਕਿ ਜਿਹੜੇ ਮਹਾਤਮਾ ਕਬੀਰ ਨੂੰ ਅਸੀਂ ਮੰਨਦੇ ਨਾ ਉਹ ਖੁਦਾ ਹੈ। ਇਸ ਲਈ ਕਬੀਰ ਖੁਦਾ ਆ, ਜਿਹਨੂੰ ਕਬੀਰ ਸਾਹਿਬ ਕਹਿੰਦੇ ਨਾ ਅਸੀਂ। ਜੀ ਜੀ। ਇਸ ਕੇ ਮਹਾਤਮਾ ਹੁਣ ਨਾਮ ਨਹੀਂ ਲੈ ਲੈਣਾ ਅਸੀਂ, ਉਹ ਕਹਿੰਦੇ ਕਬੀਰ ਖੁਦਾ ਆ, ਕੁਰਾਨ ਨੇ ਵੀ ਮੰਨਿਆ। ਉਹੀ ਕਿ ਕੀ ਅਰਥ ਕੱਢ ਲੱਗੇ ਆ, ਇਹ ਅਰਥ ਵਿਅਰਥ ਕਿਉਂ ਕਰ ਰਹੇ ਆ ਕਿ ਆਪਣੇ ਮੰਨਣ ਵਾਲਿਆਂ ਨੂੰ ਵੀ ਕਿਉਂ ਭਰਮ 'ਚ ਪਾ ਰਹੇ ਆ। ਕਬੀਰ ਦਾ ਮਤਲਬ ਉਹ ਨਾਮ ਕਬੀਰ ਨਹੀਂ ਕਿ ਜਿਹੜੇ ਕਾਸ਼ੀ 'ਚ ਹੋਏ ਸੀ। ਕਬੀਰ ਦਾ ਮਤਲਬ ਹੁੰਦਾ ਹੈ ਜੋ ਸਭ ਤੋਂ ਬੜਾ ਹੈ। ਜੇ ਆਪਾਂ ਕਹਿੰਦੇ ਆ ਇਹ ਕੋਈ ਸ਼ਬਦਾਂ ਦੇ ਅਰਥ ਹੁੰਦੇ, ਅਕਬਰ, ਅਕਬਰ ਦਾ ਮਤਲਬ ਬਹੁਤ ਬੜਾ, ਤਾਂ ਹੀ ਉਹਨੂੰ ਕਹਿੰਦੇ ਅੱਲਾਹੂ ਅਕਬਰ, ਅੱਲਾ ਹੀ ਸਭ ਤੋਂ ਬੜਾ ਹੈ। ਹੁਣ ਅਕਬਰ ਨਾਮ ਕਿਸੇ ਦਾ ਹੋਵੇ ਤਾਂ ਕਹਿੰਦਾ ਦੇਖੋ ਕੁਰਾਨ 'ਚ ਲਿਖਿਆ ਅੱਲਾਹੂ ਅਕਬਰ, ਇਹਦਾ ਮਤਲਬ ਸਾਡਾ ਬੱਚਾ ਹੀ ਅੱਲਾ ਆ, ਕਿਉਂਕਿ ਉਹਦੇ ਨਾਲ ਹੀ ਗਿਆ ਅਕਬਰ। ਉਹ ਮੂਰਖਤਾ ਦੀ ਗੱਲ ਹੁੰਦੀ ਹੈ। ਕੁਝ ਗੁਣ ਹੁੰਦੇ ਆ ਇਨਸਾਨ ਦੇ ਕਿ ਜਦੋਂ ਅਸੀਂ ਉਹ ਗੁਣਾਂ ਨੂੰ ਸਮਝਦੇ ਹਾਂ ਤਾਂ ਫਿਰ ਪਤਾ ਲੱਗਦਾ ਹੈ ਕਿ ਪ੍ਰਮਾਤਮਾ ਕਿਹੜੇ ਰੱਬ ਦੀ ਗੱਲ ਹੋ ਰਹੀ ਹੈ। ਇਹ ਕਿਸੇ ਇਨਸਾਨ ਦੀ ਗੱਲ ਨਹੀਂ ਹੋ ਰਹੀ, ਇਹ ਅੰਦਰਲੀ ਸ਼ਕਤੀ ਦੀ ਗੱਲ ਹੋ ਰਹੀ ਹੈ। ਇਸ ਲਈ ਤੁਹਾਡੇ ਅੰਦਰ ਉਹ ਰਾਮ ਹੈ। ਉਹ ਰਾਮ ਕਿੱਥੋਂ ਬਣਿਆ ਹੈ? ਪਹਿਲਾਂ ਤਾਂ ਇਹ ਵੀ ਨਹੀਂ ਕਿਸੇ ਨੂੰ ਪਤਾ ਹੋਣਾ ਸ਼ਾਇਦ। ਸੋ ਰਾਮ ਲਫ਼ਜ਼ ਕਿੱਥੋਂ ਬਣਿਆ? ਬੰਦਾ ਕਹਿੰਦਾ ਰਾਰਾ ਕੰਨਾ ਮੰਮਾ ਰਾਮ, ਰਾਹ ਨੂੰ ਆ ਬੜੀ ਆ ਕੀ ਮਾਤਰਾ ਸ਼ਾਇਦ ਹਿੰਦੀ ਜਿੱਦਾਂ ਕਹਿੰਦੇ ਮਾਂ ਲਿਖ ਦੋ ਰਾਮ, ਨਹੀਂ। ਅਗਰ ਰਾਮ ਦਾ ਅਰਥ ਦੇਖਿਆ ਜਾਵੇ ਤਾਂ ਰਾਮ, ਇਹ ਜਿਹੜਾ ਰਾਮ ਲਫ਼ਜ਼ ਹੁੰਦਾ ਨਾ, ਇਹਦਾ ਮਤਲਬ ਜੋ ਸਾਡੇ ਰੋਮ ਵਿੱਚ ਰਮਿਆ ਹੋਇਆ। ਸਮਝਦੇ ਹੋ ਕਿ ਨਹੀਂ? ਜੋ ਸਾਡੇ ਰੋਮ ਵਿੱਚ ਰਮਿਆ ਹੋਇਆ ਉਹਨੂੰ ਕਹਿੰਦੇ ਰਾਮ। ਤਾਂ ਹੀ ਇਹ ਲਫ਼ਜ਼ ਜਿਹੜਾ ਹੈ ਨਾ, ਇਹ ਇੱਕ ਇਸ਼ਾਰਾ ਹੈ ਉਹ ਸ਼ਕਤੀ ਦੀ ਤਰਫ ਜਿਹੜੀ ਸਾਡੇ ਰੋਮ ਵਿੱਚ ਰਮੀ ਹੋਈ ਹੈ, ਸਮਾਈ ਹੋਈ ਹੈ, ਸਾਨੂੰ ਚਲਾ ਰਹੀ ਹੈ। ਅਸੀਂ ਪੈਰ ਦੀ ਉਂਗਲ ਉਠਾਉਂਦੇ ਹਾਂ, ਸਾਡੀ ਬੋਡੀ ਦੀ ਕੋਈ ਵੀ ਮੂਵਮੈਂਟ ਹੈ ਨਾ, ਇਹਦਾ ਮਤਲਬ ਪੂਰੀ ਸ਼ਕਤੀ ਪੂਰੀ ਬੋਡੀ 'ਚ ਆਪਣਾ ਕੰਮ ਕਰ ਰਹੀ ਹੈ। ਉਹ ਸ਼ਕਤੀ ਹੈ। ਔਰ ਜਦੋਂ ਅਸੀਂ ਉਹ ਸ਼ਕਤੀ ਦੇ ਕੇਂਦਰ ਨੂੰ ਜਾਣ ਲੈਂਦੇ, ਜਿੱਥੋਂ ਆ ਰਹੀ ਹੈ, ਫਿਰ ਕਹਿੰਦੇ ਆਪਾਂ ਰਾਮ ਨੂੰ ਜਾਣ ਲਿਆ। ਉਹਨੂੰ ਗੁਰੂਆਂ ਨੇ ਕਿਹਾ ਕਿ ਸਭ ਸੁਖ ਦਾਤਾ ਰਾਮ ਹੈ, ਕਿ ਉਹ ਕੇਂਦਰ, ਸੁੱਖਾਂ ਦਾ ਕੇਂਦਰ, ਸਮਰਿੱਧੀ ਦਾ ਕੇਂਦਰ, ਖੁਸ਼ੀਆਂ ਦਾ ਕੇਂਦਰ ਤੇਰੇ ਅੰਦਰ ਹੀ ਹੈ, ਜਿੱਥੋਂ ਸਾਰੀ એનર્ਜੀ ਪੈਦਾ ਹੋ ਰਹੀ ਹੈ। ਔਰ ਜਦੋਂ ਤੂੰ ਉਹਨੂੰ ਜਾਣ ਲਿਆ, ਉਹ એનર્ਜੀ ਕਿੱਥੇ ਬੈਠੀ ਹੈ, ਕਿੱਥੋਂ ਸਾਰੀ ਖੇਡ ਚੱਲ ਰਹੀ ਹੈ, ਤਾਂ ਤੇਰੇ ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਨੇ ਦਰਦਾਂ ਤੋਂ ਆਰਾਮ, ਉਦੋਂ ਹੀ ਤੇਰੇ ਜੀਵਨ 'ਚ ਆਰਾਮ ਆਣੇ ਆ। ਉਦੋਂ ਤੈਨੂੰ ਸਮਰਿੱਧੀ ਮਿਲਣੀ ਹੈ, ਖੁਸ਼ੀਆਂ ਮਿਲਣੀਆਂ ਹੈ, ਉਹ ਸ਼ਕਤੀ ਮਿਲਣੀ ਹੈ ਜੋ ਕਿ ਤੇਰੇ ਅੰਦਰ ਹੀ ਬੈਠੀ ਹੋਈ ਹੈ। ਪਰ ਇਨਸਾਨ ਆਪਣੇ ਅੰਦਰ ਉਹ ਕੇਂਦਰ ਨੂੰ ਜਾਣਨ ਦੀ ਬਜਾਏ ਬਾਹਰ ਹੀ ਉਲਝਿਆ ਰਹਿੰਦਾ ਹੈ ਕਿ ਬਾਹਰ ਪੂਜਾ ਕਰ ਲਈ, ਬਾਹਰ ਪਟਾਕੇ ਜਗਾ ਲਏ, ਬਾਹਰ ਚਿਰਾਗ ਜਗਾ ਲਏ, ਬਾਹਰ ਇਹ ਕਰ ਲਿਆ, ਬਾਹਰ ਉਹ ਕਰ ਲਿਆ। ਉਹ ਜਿਹੜਾ ਮਕਸਦ ਅੰਦਰ ਦੀਵਾ ਬਾਲਣ ਦਾ ਉਹ ਤਾਂ ਕਿਸੇ ਨੇ ਜਾਣੇ ਕਿ ਅਸਲੀ ਦੀਵਾ ਤਾਂ ਅੰਦਰ ਬਾਲਣਾ ਹੈ ਆਪਣੇ। ਕਮ ਸੇ ਕਮ ਚਲੋ ਬੰਦਾ ਕਹਿੰਦਾ ਮੈਂ ਗਿਆਨ ਦਾ ਦੀਵਾ ਨਹੀਂ ਬਾਲ ਸਕਦਾ, ਤਾਂ ਕਮ ਸੇ ਕਮ ਪ੍ਰੇਮ ਦਾ ਦੀਵਾ ਜਗਾਉਣ ਦੀ ਕੋਸ਼ਿਸ਼ ਕਰਾਂ। ਜੋ ਮੇਰੇ ਹੱਥ 'ਚ ਉਹ ਤਾਂ ਕਰਾਂ ਮੈਂ, ਕਿ ਪ੍ਰੇਮ ਦਾ ਦੀਵਾ ਬਾਲਾਂ। ਔਰ ਪ੍ਰੇਮ ਦਾ ਦੀਵਾ ਮਤਲਬ ਕੀ ਕਿ ਅੱਜ ਮੈਂ ਬਾਲ ਲਿਆ ਪ੍ਰੇਮ ਦਾ ਦੀਵਾ, ਹੁਣ ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰ, ਹੁਣ ਮੈਂ ਆਪਣੇ ਅੰਦਰ ਬਾਲਦਾ ਹਾਂ ਸ਼ਾਂਤੀ ਦਾ ਦੀਵਾ, ਤਾਂ ਕਿ ਹੁਣ ਕਿੱਦਾਂ ਦੇ ਵੀ ਹਾਲਾਤ ਆਉਣ ਆਪਣੇ ਜੀਵਨ 'ਚ ਸ਼ਾਂਤ ਰਹਿਣਾ। ਔਰ ਇਹ ਇਨਸਾਨ ਕਰ ਸਕਦਾ ਹੈ, ਪਰ ਇਨਸਾਨ ਕਰਨ ਦੀ ਕਦੀ ਕੋਸ਼ਿਸ਼ ਨਹੀਂ ਕਰਦਾ। ਜੇ ਤੁਸੀਂ ਫੈਸਲਾ ਹੀ ਕਰ ਲਓ ਮੈਂ ਸ਼ਾਂਤ ਰਹਿਣਾ ਹੈ, ਇੱਕ ਨਿਰਣੇ ਕਰ ਲਓ, ਇਹ ਕਹਿੰਦੇ ਕੋਈ ਤੁਹਾਨੂੰ ਕ੍ਰੋਧ ਨਹੀਂ ਦਿਲਾ ਸਕਦਾ। ਜੇ ਤੁਸੀਂ ਸੋਚ ਲਓ ਮੈਂ ਸ਼ਾਂਤ ਰਹਿਣਾ, ਕੋਈ
ਕੋਈ ਤੁਹਾਨੂੰ ਅਸ਼ਾਂਤ ਕਰ ਹੀ ਨਹੀਂ ਸਕਦਾ। ਪਰ ਅਸੀਂ ਅਸ਼ਾਂਤ ਹੁੰਦੇ ਕਦੋਂ ਆ? ਅਸੀਂ ਕਦੀ ਆਪਣੇ ਆਪ ਨਾਲ ਫੈਸਲਾ ਲੈਂਦੇ ਨਹੀਂ ਕਿ ਮੈਂ ਸ਼ਾਂਤ ਰਹਿਣਾ ਹੈ। ਇਸ ਲਈ ਕੋਈ ਮਾੜਾ ਜਿਹਾ ਛੇੜਦਾ ਫਟਾਫਟ ਸਾਡੇ ਅੰਦਰੋਂ। ਔਰ ਕਈ ਤਾਂ ਪਤਾ ਕੀ ਬੇਨਤੀ ਕਰਦੇ ਆ, ਮਾਲਕੋ ਰਹਿਮਤ ਕਰੋ, ਕ੍ਰੋਧ ਸ਼ਾਂਤ ਹੋ ਜਾਵੇ ਸਾਡਾ। ਕਹਿੰਦੇ ਕਮਾਲ ਦੀ ਗੱਲ ਹੈ ਤਾਂ ਉਹੀ ਕਵੇ ਮਾਲਕੋ ਕਿਰਪਾ ਕਰੋ ਅੱਗ ਠੰਡੀ ਹੋ ਜਾਵੇ, ਅੱਗ ਦਾ ਸੇਕ ਨਾ ਲੱਗੇ। ਸਮਝਦੇ ਹੋ? ਉਹ ਬੇਨਤੀ ਗੱਲ ਕਰਦੇ ਆ। ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿਰਪਾ ਕਰੋ ਕ੍ਰੋਧ ਸ਼ਾਂਤ ਹੋ ਜਾਵੇ, ਉਹਨਾਂ ਨੂੰ ਕਹਿਣਾ ਚਾਹੀਦਾ ਮਾਲਕੋ ਕਿਰਪਾ ਕਰੋ ਕਿ ਕ੍ਰੋਧ ਨੂੰ ਕੰਟਰੋਲ ਕਰਨਾ ਆ ਜਾਵੇ। ਜਿਹੜੀ ਚੀਜ਼ ਸਹੀ ਹੈ ਉਹ ਮੰਗੀਏ ਤਾਂ ਫਾਇਦਾ ਵੀ ਹੁੰਦਾ ਹੈ। ਹੁਣ ਕ੍ਰੋਧ ਨੂੰ, ਅੱਗ ਨੂੰ, ਬੰਦਾ ਕਹਿੰਦਾ ਮੈਂ ਕਿਰਪਾ ਕਰੋ ਕਿ ਅੱਗ ਨੂੰ ਠੰਡਾ ਕਰ ਦੇਵਾਂ, ਮੈਂ ਅੱਗ ਰਵੇ ਪਰ ਠੰਡੀ ਹੋ ਜਾਵੇ, ਕਦੀ ਹੋ ਹੀ ਨਹੀਂ ਸਕਦਾ। ਪਰ ਅੱਗ ਨੂੰ ਕੰਟਰੋਲ ਕਰਨਾ ਅਸੀਂ ਸਿੱਖ ਸਕਦੇ ਹਾਂ। ਹੁਣ ਅੱਗ ਕੰਟਰੋਲ ਹੀ ਹੁੰਦੀ ਹੈ ਸਾਡੇ ਆਪਣਾ ਚੁੱਲ੍ਹੇ ਵਿੱਚ। ਗੈਸ ਚੁੱਲ੍ਹਾ ਬੰਦੇ ਜਦੋਂ ਦਿਲ ਕਰਦਾ ਬਾਲ ਲੈਂਦੇ, ਜਦੋਂ ਦਿਲ ਕਰਦਾ ਠੰਡੀ ਕਰ ਲੈਂਦੇ। ਔਰ ਇੱਕ ਫਿਰ ਕਹਾਂਗੇ ਕਿ ਪ੍ਰਮਾਤਮਾ ਨੇ ਜੇ ਪੰਜ ਤੱਤ ਰੱਖੇ ਆ ਸਾਡੇ ਅੰਦਰ, ਜਲ, ਵਾਯੂ, ਪ੍ਰਿਥਵੀ, ਅਗਨੀ, ਆਕਾਸ਼, ਤਾਂ ਇਹ ਜੋ ਪੰਜ ਤੱਤ ਹੈ ਨਾ, ਇਹਨਾਂ ਨਾਲ ਜੁੜਿਆ ਹੋਇਆ ਹੈ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸਮਝਦੇ ਹੋ ਕਿ ਨਹੀਂ? ਜਿੱਦਾਂ ਸਮਝ ਲਓ ਜਲ ਤੱਤ ਦੇ ਨਾਲ ਕਾਮ ਜੁੜਿਆ ਹੈ, ਅਗਨੀ ਤੱਤ ਦੇ ਨਾਲ ਕ੍ਰੋਧ ਜੁੜਿਆ ਹੈ, ਪ੍ਰਿਥਵੀ ਤੱਤ ਦੇ ਨਾਲ ਲੋਭ ਜੁੜਿਆ ਹੈ, ਔਰ ਮੋਹ ਤੱਤ ਦੇ ਨਾਲ ਹਵਾ, ਔਰ ਆਕਾਸ਼ ਦੇ ਨਾਲ ਅਹੰਕਾਰ। ਪਰ ਇਹ ਚੀਜ਼ਾਂ ਅਗਰ ਸਹੀ ਢੰਗ ਨਾਲ ਸਮਝੀਆਂ ਜਾਣ ਨਾ ਤਾਂ ਇਹ ਚੀਜ਼ਾਂ ਸਾਨੂੰ ਫਾਇਦਾ ਦੇਣ ਵਾਲੀਆਂ ਹੈ। ਪਰ ਫਾਇਦਾ ਉਦੋਂ ਤੱਕ ਦਿੰਦੀਆਂ ਜਦ ਤੱਕ ਸਾਨੂੰ ਇਹਨਾਂ ਤੇ ਕੰਟਰੋਲ ਕਰਨਾ। ਜਿੱਦਾਂ ਕਹਿੰਦੇ ਅੱਗ ਤੇ ਕੰਟਰੋਲ ਹੈ ਤਾਂ ਸਾਨੂੰ ਫਾਇਦੇਮੰਦ ਹੈ। ਅਗਰ ਉਹੀ ਅੱਗ ਸਾਡੇ ਕੰਟਰੋਲ ਤੋਂ ਬਾਹਰ ਹੋ ਜਾਵੇ ਤਾਂ ਉਹ ਘਰ ਨੂੰ ਸਾੜ ਕੇ ਸੁਆਹ ਵੀ ਕਰ ਸਕਦੀ ਹੈ। ਪਾਣੀ ਕੰਟਰੋਲ 'ਚ ਹੈ ਤਾਂ ਸਾਨੂੰ ਜੀਵਨ ਦਿੰਦਾ ਹੈ। ਤੁਸੀਂ ਇੱਕ ਪਾਣੀ ਦਾ ਟੱਬ ਭਰ ਕੇ ਬੱਚੇ ਨੂੰ ਨਲਾ ਵੀ ਸਕਦੇ ਹੋ, ਬੱਚੇ ਨੂੰ ਪਾਣੀ ਪਿਲਾ ਵੀ ਸਕਦੇ ਹੋ, ਤਾਂ ਬੱਚੇ ਨੂੰ ਉਹ 'ਚ ਡੁਬੋ ਕੇ ਮਾਰ ਵੀ ਸਕਦੇ ਹੋ। ਪਰ ਆਊਟ ਆਫ ਕੰਟਰੋਲ ਹੋ ਜਾਵੇ ਤਾਂ ਫਿਰ ਉਹ ਪਾਣੀ ਬੜੇ ਬੜੇ ਸ਼ਹਿਰ ਵੀ ਤਬਾਹ ਕਰ ਦਿੰਦਾ। ਇਸੇ ਤਰ੍ਹਾਂ ਹਰ ਚੀਜ਼, ਲੋਭ ਜਿਹੜਾ ਨਾ ਫਾਇਦੇਮੰਦ ਹੈ, ਪਰ ਜਦੋਂ ਲੋਭ ਦੀ ਗੱਲ ਆਉਂਦੀ ਬੰਦੇ ਦਾ ਧਿਆਨ ਸਿੱਧਾ ਪੈਸੇ ਵੱਲ ਜਾਂਦਾ ਹੈ। ਸਮਝਦੇ ਹੋ ਕਿ ਨਹੀਂ? ਪਰ ਇਹ ਲੋਭ ਦਾ ਮਤਲਬ ਸਿਰ ਇਹੀ ਨਹੀਂ। ਅਗਰ ਤੁਹਾਡੇ ਮਨ ਦੇ ਵਿੱਚ ਘਰ ਬੈਠੇ ਇਹ ਵੀ ਹੁੰਦਾ ਹੈ ਕਿ ਅਸੀਂ ਦਰਸ਼ਨ ਕਰਨੇ ਆ ਮਾਲਕਾਂ ਦੇ, ਜਾ ਕੇ ਫਟਾਫਟ ਮਿਲੀਏ ਮਾਲਕਾਂ ਨੂੰ, ਉਹ ਵੀ ਤਾਂ ਅੰਦਰ ਇੱਕ ਦਰਸ਼ਨਾਂ ਦਾ ਲਾਲਚ ਹੀ ਹੈ। ਜਿੱਦਾਂ ਬੰਦੇ ਦਾ ਲਾਲਚ ਹੈ ਯਾਰ ਮੈਨੂੰ ਮਾਲਕਾਂ ਨੂੰ ਦੇਖਣ ਦਾ। ਹੁਣ ਸਹੀ ਪਾਸੇ ਚੀਜ਼ ਨੂੰ ਇਸਤੇਮਾਲ ਕਰੋ, ਉਹ ਫਾਇਦੇਮੰਦ ਹੈ। ਇਹਦਾ ਕੁਦਰਤ ਨੇ ਜਿਹੜੀ ਚੀਜ਼ ਸਾਡੇ ਅੰਦਰ ਰੱਬ ਨੇ ਰੱਖੀ ਹੈ ਕੋਈ ਮਾੜੀ ਨਹੀਂ ਹੈ, ਪਰ ਬੰਦਾ ਜਦੋਂ ਉਹਨੂੰ ਕੰਟਰੋਲ ਕਰਨ ਦੀ ਬਜਾਏ ਅਨਕੰਟਰੋਲ ਹੋ ਜਾਂਦੀ ਹੈ ਫਿਰ ਨੁਕਸਾਨ ਕਰਦੀ ਹੈ। ਹੁਣ ਤੁਸੀਂ ਕ੍ਰੋਧ ਤੋਂ ਸਾਡੇ ਅੰਦਰ ਅਗਨੀ ਤੱਤ ਤੋਂ ਗਰਮੀ ਪੈਦਾ ਹੁੰਦੀ ਹੈ, ਔਰ ਗਰਮੀ ਨਾ ਹੋਵੇ ਤਾਂ ਸਰੀਰ ਨਾਲ ਸਾਡਾ ਸਮਝਦੇ ਹੋ ਕਿ ਨਹੀਂ? ਔਰ ਕ੍ਰੋਧ ਨੂੰ ਜਦੋਂ ਅਸੀਂ ਇੱਕ ਸੀਮਾ 'ਚ ਰੱਖਦੇ ਹਾਂ ਕਿ ਪਤਾ ਹੈ ਕਿ ਬੱਚੇ ਨੇ ਕੋਈ ਗਲਤੀ ਕੀਤੀ ਉਹਨੂੰ ਡਾਂਟਣਾ ਵੀ ਹੈ, ਪਰ ਉਹ ਸਿਰਫ ਡਾਂਟ ਹੁੰਦੀ ਉਹਦੇ ਫਾਇਦੇ ਵਾਸਤੇ, ਨਾ ਕਿ ਅਸੀਂ ਉਹਦੇ ਨਫ਼ਰਤ ਕਰਦੇ ਨੂੰ ਮਿਟਾਉਣਾ ਚਾਹੁੰਦੇ ਹਾਂ, ਖਤਮ ਕਰਨਾ ਚਾਹੁੰਦੇ ਹਾਂ। ਇੱਕ ਕ੍ਰੋਧ ਹੁੰਦਾ ਮੈਨੂੰ ਖਤਮ ਹੀ ਕਰ ਦੇਵਾਂ, ਇਹਨੂੰ ਜਾਨੋਂ ਹੀ ਮਾਰ ਦੇਵਾਂ, ਉਹ ਗਲਤ ਹੈ। ਪਰ ਇੱਕ ਕ੍ਰੋਧ ਹੁੰਦਾ ਹੈ ਕਿ ਕੋਈ ਗਲਤੀ ਕਰਦਾ ਉਹ ਡਾਂਟਣਾ ਕਿਉਂ ਹੈ? ਉਹਦੇ ਫਾਇਦੇ ਵਾਸਤੇ। ਜਦੋਂ ਠੀਕ ਹੋ ਗਿਆ ਤਾਂ ਮੈਂ ਸ਼ਾਂਤ ਹਾਂ। ਹੁਣ ਸਮਝ ਲਓ ਕ੍ਰੋਧ ਤੁਹਾਡਾ ਇੱਦਾਂ ਹੋਣਾ ਚਾਹੀਦਾ, ਜੇ ਇੱਕ ਨੂੰ ਡਾਂਟਦੇ ਹੋ ਨਾ ਤੁਸੀਂ, ਗੁੱਸਾ ਦਿਖਾਉਂਦੇ ਹੋ, ਤਾਂ ਦੂਜੇ ਨੂੰ ਉਸੇ ਵੇਲੇ ਸ਼ਾਂਤ ਹੋ ਕੇ ਬੁਲਾਓ, ਹੱਸ ਕੇ ਬੁਲਾਓ। ਇਹ ਪਤਾ ਲੱਗਦਾ ਕ੍ਰੋਧ ਤੁਹਾਡੇ ਕੰਟਰੋਲ 'ਚ ਹੈ। ਪਰ ਬੰਦਾ ਕ੍ਰੋਧ ਇੱਥੇ ਕਰਦਾ ਹੈ, ਇਹਨੂੰ ਕੁਝ ਕਹਿੰਦਾ ਨਹੀਂ, ਘਰ ਆ ਕੇ ਦਸਾਂ ਨੂੰ ਲੜਦਾ ਹੈ। ਇਹਦਾ ਮਤਲਬ ਕ੍ਰੋਧ ਤੁਹਾਡੇ ਕੰਟਰੋਲ 'ਚ ਹੈ ਨਹੀਂ। ਸਮਝ ਆ ਰਹੀ ਸਾਡੀ ਗੱਲ? ਜੇ ਤੁਹਾਡੇ ਜਦੋਂ ਕ੍ਰੋਧ ਨੂੰ ਕੰਟਰੋਲ ਕਰਨਾ ਆ ਗਿਆ ਨਾ, ਬਾਹਰ ਜੋ ਮਰਜ਼ੀ ਗੱਲ ਹੋਵੇ ਉਹ ਗੁੱਸਾ ਘਰ ਤੱਕ ਨਹੀਂ ਆਏਗਾ, ਉਹ ਤੁਹਾਡੇ ਨਾਲ ਅੱਗੇ ਨਹੀਂ ਜਾਏਗਾ, ਉੱਥੇ ਹੀ ਹੋਇਆ ਉੱਥੇ ਰੁਕ ਜਾਏਗਾ। ਮੇਰੇ ਦਾ ਮਤਲਬ ਹੈ ਕਿ ਤੁਸੀਂ ਕ੍ਰੋਧ ਤੇ ਆਪਣਾ ਕਿ ਜਿੱਥੇ ਲੋੜ ਸੀ ਉੱਥੇ ਪ੍ਰਗਟ ਕੀਤਾ, ਤੇ ਜਿੱਥੇ ਹੁਣ ਲੋੜ ਹੈ ਨਹੀਂ ਉਹਨੂੰ ਨਾਲ ਹੀ ਸ਼ਾਂਤ ਕਰ ਲਿਆ। ਇੱਕ ਲਾਈਟਰ ਦੀ ਤਰ੍ਹਾਂ ਹੁੰਦਾ, ਜਿੱਥੇ ਲੋੜ ਹੋਈ ਬਟਨ ਦਬਾਇਆ ਜਗਾ ਲਿਆ, ਹੁਣ ਲੋੜ ਬੰਦ ਤਾਂ ਖਤਮ ਕਰਕੇ ਜੇਲ੍ਹ 'ਚ ਪਾ ਲਿਆ। ਇਸ ਲਈ ਇੱਦਾਂ ਤੁਸੀਂ ਹਰ ਚੀਜ਼ ਬਾਰੇ ਸੋਚ ਸਕਦੇ ਹੋ। ਸਮਝਦੇ ਹੋ ਕਿ ਨਹੀਂ? ਇਨਸਾਨ ਅਗਰ ਅਸੀਂ ਕਹਿੰਦੇ ਹੰਕਾਰ ਦਾ ਮਤਲਬ ਕੀ ਹੈ? ਇੱਕ ਅਗਰ ਦੇਖਿਆ ਜਾਵੇ ਤਾਂ ਅਸੀਂ ਜਿਹਨੂੰ ਹੰਕਾਰ ਲਫ਼ਜ਼ ਕਹਿੰਦੇ ਹਾਂ, ਇਹ ਹੰਕਾਰ ਸਾਨੂੰ ਬਿਹਤਰ ਬਣਾਉਣ ਦੇ ਕੰਮ ਵੀ ਆਉਂਦਾ ਹੈ। ਪਰ ਜਦੋਂ ਬੰਦਾ ਕਹਿੰਦਾ ਨਾ ਮੈਂ ਹੀ ਬਿਹਤਰ ਆ, ਦੂਜੇ ਸਾਰੇ ਮੇਰੇ ਤੋਂ ਥੱਲੇ ਹੈ, ਉਹ ਮਾੜਾ ਹੈ। ਪਰ ਇੱਕ ਹੁੰਦਾ ਕਿ ਮੈਂ ਅੱਛਾ ਹੋਣਾ ਚਾਹੁੰਦਾ ਹਾਂ, ਮੈਂ ਹੋਰ ਅੱਛਾ ਚਾਹੁੰਦਾ ਹਾਂ, ਮੈਂ ਜੀਵਨ ਅੱਛਾ ਚਾਹੁੰਦਾ, ਆਪਣੇ ਆਪ ਨੂੰ ਅੱਛਾ ਬਣਾਉਣਾ ਚਾਹੁੰਦਾ ਹਾਂ। ਕਿਉਂਕਿ ਆਕਾਸ਼ ਤੱਤ ਦੇ ਨਾਲ ਹੰਕਾਰ ਨੂੰ, ਕਿਉਂਕਿ ਆਕਾਸ਼ ਸਭ ਤੋਂ ਉੱਪਰ ਹੈ,
ਔਰ ਇਹ ਹੰਕਾਰ ਜਿਹੜਾ ਇੱਕ ਗੁਣ ਹੈ ਜਿਹੜਾ ਸਾਨੂੰ ਸਭ ਤੋਂ ਉੱਪਰ ਲੈ ਕੇ ਜਾਣਾ ਜਾਂਦਾ ਹੈ। ਹੁਣ ਅਸੀਂ ਕਹਾਂਗੇ ਹੰਕਾਰ ਲਫ਼ਜ਼ ਕਹਿ ਕੇ ਨਾ ਇਹਦੀ ਗੁਣਵੱਤਾ ਨੂੰ ਜਿਹੜੀ ਨੂੰ ਨਾ ਉਹ ਖਤਮ ਕਰ ਦਿੱਤਾ ਗਿਆ। ਇਸ ਲਈ ਇਹ ਚੀਜ਼ ਹੋਣੀ ਚਾਹੀਦੀ ਕਿ ਬੰਦਾ ਆਪਣੇ ਆਪ ਨੂੰ ਬਿਹਤਰ ਬਣਾਉਣਾ ਚਾਹੁੰਦਾ ਹੈ ਕਿ ਅੱਜ ਜੇ ਫਰਸ਼ ਤੇ ਬੈਠਾ ਤਾਂ ਮੈਂ ਕਿਸ ਤਰ੍ਹਾਂ ਅਰਸ਼ ਤੇ ਪਹੁੰਚਾਂ, ਅੱਛਾ ਬਣਾਵਾਂ ਆਪਣੇ ਆਪ ਨੂੰ, ਆਪਣੇ ਗੁਣਾਂ ਨੂੰ ਅੱਛਾ ਬਣਾਵਾਂ, ਆਪਣੀ ਕੁਆਲਿਟੀ ਨੂੰ ਹੋਰ ਬਿਹਤਰ ਕਰਾਂ ਤਾਂ ਕਿ ਸਾਡੇ ਜੀਵਨ ਖੁਸ਼ੀਆਂ ਆਉਣ। ਇਸ ਕਰਕੇ ਪੰਜੇ ਗੁਣ ਪ੍ਰਮਾਤਮਾ ਨੇ ਸਾਡੇ ਅੰਦਰ ਰੱਖੇ ਹੈ ਤਾਂ ਕੋਈ ਮਾੜੇ ਨਹੀਂ ਹੈ, ਪਰ ਇਹਨਾਂ ਦਾ ਸਹੀ ਇਸਤੇਮਾਲ ਕਰੋ ਤਾਂ ਜੀਵਨ 'ਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਫਿਰ ਇਨਸਾਨ ਨੂੰ ਜੀਵਨ 'ਚ ਕਮੀ ਕੋਈ ਨਹੀਂ ਰਹਿੰਦੀ। ਚਲੋ ਹੁਣ ਪਟਾਕੇ ਡਿਸਟਰਬ ਕਰਦੇ, ਮਜ਼ਾ ਨਹੀਂ ਆਉਂਦਾ ਇੱਦਾਂ। ਹੁਣ ਤੁਸੀਂ ਆਨੰਦ ਲੈ ਲਿਆ, ਦਰਸ਼ਨ ਵੀ ਹੋ ਗਏ, ਚਲੋ ਦੀਵਾਲੀ ਦੇ ਮਕਸਦ ਨੂੰ ਵੀ ਸਮਝ ਲਿਆ। ਪਰ ਹੁਣ ਇਹੀ ਕਵਾਂਗੇ ਇਹ ਘਰਾਂ 'ਚ ਜਾ ਕੇ ਜਦੋਂ ਬੈਠਣਾ ਨਾ ਤਾਂ ਫਿਰ ਜਿੱਦਾਂ ਦੱਸਿਆ ਕਿ ਮੋਬਾਈਲ ਬੰਦ ਕਰਕੇ, ਟੀਵੀ ਬੰਦ ਕਰਕੇ, ਅੱਖਾਂ ਬੰਦ ਕਰਕੇ ਬਹਿ ਜਾਓ। ਫਿਰ ਇਹ ਜਿੰਨਾ ਵੀ ਟਾਈਮ ਇਹਦਾ ਫਾਇਦਾ ਲਓ, ਮੌਕੇ ਦਾ ਫਾਇਦਾ ਲੈ, ਮੌਕਾ ਗਵਾਓ ਨਾ, ਕਿਉਂਕਿ 365 ਦਿਨਾਂ ਬਾਅਦ ਇਹ ਟਾਈਮ ਆਉਂਦਾ ਹੈ। ਇਸ ਲਈ ਇਹ ਸਮਝਦਾਰ ਘਰ ਜਾ ਕੇ ਵੀ ਸ਼ਾਂਤ ਹੋਣਾ, ਘਰ ਜਾ ਕੇ ਵੀ ਲੱਗਾ ਪਟਾਕੇ ਹਲਵੇ ਵਜਾਈ ਜਿਹੜੇ ਲੋਕਾਂ ਨੇ ਨਾ, ਇਸ ਕਰਕੇ। ਪਰ ਫਿਰ ਵੀ ਕੋਸ਼ਿਸ਼ ਕਰੋ ਕਿ ਜਿੰਨੀ ਕਿ ਸਾਨੂੰ ਸਮਝ ਹੈ ਸਤਸੰਗ 'ਚ ਬਹਿ ਕੇ ਲੈ ਲਈਏ ਅਸੀਂ ਜਾਂ ਮਾਲਕਾਂ ਦੇ ਕੋਲ, ਉਹਨਾਂ ਤਾਂ ਅਸੀਂ ਫਾਇਦਾ ਲਈਏ। ਅੱਗੇ ਤੋਂ ਆਪ ਵੀ ਕੋਸ਼ਿਸ਼ ਕਰੀਏ ਕਿ ਜਦੋਂ ਵੀ ਸਾਲ ਬਾਅਦ ਇਹ ਰਾਤ ਆਵੇ ਉਦੋਂ ਵੱਧ ਤੋਂ ਵੱਧ ਟਾਈਮ ਅਸੀਂ ਸੂਰਜ ਡੁੱਬਣ ਤੋਂ ਬਾਅਦ ਜਿੱਦਾਂ ਜੇ ਚਿਰਾਗ ਜਗਾਉਣੇ ਤਾਂ ਘਰ ਦੇ ਬਾਹਰ ਚਿਰਾਗ ਜਗਾ ਕੇ ਅੰਦਰ ਬਹਿ ਕੇ ਸ਼ਾਂਤ ਹੋ। ਔਰ ਇਹ ਕਹੋ ਕਿ ਇਹ ਰਾਤ ਜਿਹੜੇ ਆਪਣੇ ਅੰਦਰਲੀ એનર્ਜੀ ਨੂੰ, ਆਪਣੀ ਅੰਦਰਲੀ ਸ਼ਕਤੀ ਨੂੰ ਜਗਾਉਣ ਦੀ ਰਾਤ ਹੈ, ਆਪਣੇ ਅੰਦਰਲੀ ਸ਼ਕਤੀ ਨੂੰ ਪਾਉਣ ਦੀ ਰਾਤ ਹੈ। ਜੈ ਮਾਤਾ। ਜਿੱਦਾਂ ਤੁਹਾਡੀ ਅੰਦਰਲੀ ਸ਼ਕਤੀ ਜਾਗੇਗੀ ਤੁਸੀਂ ਹੋਰ ਸਵਸਥ, ਹੋਰ ਤੰਦਰੁਸਤ, ਹੋਰ ਵਧੀਆ ਹੋਣਾ। ਤੁਸੀਂ ਥੱਲੇ ਜਾਣ ਦੀ ਬਜਾਏ ਹੋਰ ਤੁਸੀਂ ਆਪਣੇ ਆਪ ਨੂੰ ਬਿਹਤਰ ਫੀਲ ਕਰੋਗੇ। ਹੋਰ ਤਾਂ ਨਹੀਂ ਕਿਸੇ ਮਨ 'ਚ ਕੋਈ ਸਵਾਲ? ਸਭ ਠੀਕ ਹੈ ਬਾਕੀ?